ਹਾਂਜੀ ਆ ਬਿੱਲਾ ਹੀ ਕਾਬੂ ਛੱਡਣਾ ਤੇ ਗੱਡੀ ਕਾਬੂ ਛੱਡੀ ਤੁਹਾਡੇ। ਆਹੋ ਬਿੱਲਾ ਕਾਬੂ ਕਿਸੇ ਨੂੰ ਐਵੇਂ ਨਜਾਇਜ਼ ਤੰਗ ਕਰੋ ਨਾ ਨਹੀਂ, ਜਾਂ ਨਹੀਂ, ਮਾਰਨਾ ਨਜਾਇਜ਼ ਜਾਂ ਨਹੀਂ ਅਸੀਂ ਕਿਸੇ ਨੂੰ ਤੰਗ ਕਰ ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਹੈ ਤੁਹਾਡਾ? ਸਿਹਤ ਵੀ ਠੀਕ ਹੈ ਦੋਸਤੋ। ਅੱਜ ਫੇਰ ਅਸੀਂ ਬੜੇ ਹੀ ਤੰਗ ਹੋਣ ਵਾਲੇ ਆ। ਚਾਚੂ ਹੁਰਾਂ ਨੇ ਜ਼ਬਰਦਸਤੀ ਨਾਲ ਕਿਹਾ ਨਹੀਂ ਯਾਰ ਤੇਰੀ ਮੋਟਰਸਾਈਕਲ ਨਹੀਂ, ਇਹ ਸਾਡੀ ਮੋਟਰਸਾਈਕਲ, ਇਹ ਹਿਸਾਬ ਹੈ। ਜਦੋਂ ਤੁਹਾਡੇ ਮੁਖਲਿਸ ਦੋਸਤ ਜਾਂ ਰਿਸ਼ਤੇਦਾਰ ਜਾਂ ਹਮਸਾਏ ਕੋਈ ਵੀ ਹੋ ਸਕਦਾ ਮੁਖਲਿਸ ਮਿਲ ਜਾਣ ਨਾ, ਤੇ ਅੱਲਾਹ ਤਾਲਾ ਦੀ ਬੜੀ ਵੱਡੀ ਨਿਅਮਤ ਹੁੰਦੀ, ਖਾਸ ਕਰ ਹਮਸਾਏ। ਚਾਚੂ ਹੁਰਾਂ ਨੇ ਕਿਹਾ ਸਵੇਰ 6 ਵਜੇ ਉੱਠ ਕੇ, ਲੇਕਿਨ ਥੋੜਾ ਜਿਹਾ ਹੋਰ ਮਸਲਾ ਬਣ ਗਿਆ ਕਿ ਜਿਹੜੇ ਸਮੀ ਭਾਈ ਨੇ ਸਾਡੇ, ਤੁਸੀਂ ਅਕਸਰ ਵੀਡੀਓ 'ਚ ਵੇਖਿਆ ਹੋਣਾ, ਇਹਨਾਂ ਦੇ ਬੇਟੇ, ਤੇ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਸੀ। ਉਹ ਅਲਹਮਦੁਲਿਲਾ ਹੁਣ ਕੁਝ ਬਿਹਤਰ ਹੈ। ਉਹਨਾਂ ਨੂੰ ਰਾਤ ਲੈ ਕੇ ਫਿਰਦੇ ਰਹੇ, ਸਾਰੀ ਰਾਤ ਜਾਗਦੇ ਰਹੇ, ਲੇਕਿਨ ਸਵੇਰ ਉਹਨਾਂ ਨੇ ਕਿਹਾ ਨਹੀਂ ਯਾਰ ਮੋਟਰਸਾਈਕਲ ਦਾ ਬੰਦੇ ਦਾ ਲੱਭ ਕੇ ਲਿਆਣਾ। ਹੁਣ ਅੱਜ ਸਾਰਾ ਦਿਨ ਇੰਸ਼ਾਅੱਲਾਹੁਲ ਅਜ਼ੀਜ਼ ਫੈਸਲਾਬਾਦ ਜਾ ਕੇ ਤੇ ਜਿਹੜੇ ਪੁਆਇੰਟ ਹਾਈਲਾਈਟ ਕੀਤੇ ਨੇ ਬੰਦਿਆਂ ਨੇ ਕਿ ਇੱਥੇ ਇੱਥੇ ਉਹ ਬੰਦਾ ਮਿਲ ਸਕਦਾ, ਉੱਥੇ ਉੱਥੇ ਜਾ ਕੇ ਜਾਵਾਂਗੇ। ਫਿਰ ਅਗਰ ਮਿਲ ਗਿਆ ਇੰਸ਼ਾਅੱਲਾ ਦੁਆ ਕਰਿਓ ਕਿ ਮਿਲ ਜੇ, ਤੇ ਫਿਰ ਪੁਲਿਸ ਨੂੰ ਇਨਫਾਰਮ ਕਰਾਂਗੇ ਤੇ ਉਸ ਬੰਦੇ ਨੂੰ ਕੈਫਰੇ ਕਿਰਦਾਰ ਤੱਕ ਪਹੁੰਚਾਵਾਂਗੇ। ਪਿੱਛੇ ਜਿੰਨੇ ਵੀ ਉਹਦੇ ਮੁਹਰਕ ਨੇ, ਜਿੱਥੇ ਜਿੱਥੇ ਉਹ ਜਾਂਦੇ ਨੇ, ਪਤਾ ਨਹੀਂ ਕਿਹੜੀਆਂ ਕਿਹੜੀਆਂ ਸਾਮੀਆਂ, ਕਿਹੜੇ ਕਿਹੜੇ ਵੱਡੇ ਗੈਂਗ ਹੋਣੇ, ਇਹ ਸਾਰਿਆਂ ਨੇ ਇੰਸ਼ਾਅੱਲਾਹੁਲ ਅਜ਼ੀਜ਼ ਹਾਈਲਾਈਟ ਕਰਨਾ। ਤੇ ਚਾਚੂ ਹੁਰਾਂ ਦੀ ਮਿਹਰਬਾਨੀ ਕਿ ਇਹਨਾਂ ਮੈਨੂੰ ਸਗੋਂ ਫੋਰਸ ਕਰਦੇ, ਮੈਂ ਕੋਈ ਨਹੀਂ ਸੀ ਤਿਆਰ ਹੈਗਾ। ਕਹਿੰਦੇ ਨਹੀਂ ਯਾਰ ਤੇਰੀ ਮੋਟਰਸਾਈਕਲ ਗੁੰਮ ਹੋਈ ਨਾ ਤੇ ਅਸੀਂ ਜਾਣਾ ਹੀ ਜਾਣਾ। ਹੁਣ ਹਾਲਾਂਕਿ ਸਾਰੀ ਰਾਤ ਇਹ ਜਾਗਦੇ ਰਹੇ, ਇਹਨਾਂ ਦੇ ਬੇਟੇ ਦੀ ਤਬੀਅਤ ਖਰਾਬ ਸੀ, ਲੇਕਿਨ ਫਿਰ ਵੀ ਕਹਿੰਦੇ ਨਹੀਂ ਯਾਰ ਤੂੰ ਚੱਲ ਆਪਾਂ ਚੱਲੇ। ਹੁਣ 7 ਵੱਜ ਗਏ ਨੇ ਤੇ ਗਰਮੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ, ਅੱਜ ਧੁੱਪ ਪੈਣ ਵਾਲੀ, ਤੇ ਇਸ ਦੇ ਬਾਵਜੂਦ ਉਹ ਕਹਿੰਦੇ ਨਹੀਂ ਯਾਰ ਜਾ ਕੇ ਨਾ ਇਹ ਕੰਮ ਕਰਕੇ ਆਣਾ। ਤੇ ਹੁਣ ਚੱਲਦੇ ਹਾਂ, ਤੁਹਾਨੂੰ ਫੈਸਲਾਬਾਦ ਮਿਲਦੇ ਹਾਂ, ਫਿਰ ਉਹ ਪੁਆਇੰਟ ਦਿਖਾਵਾਂਗੇ ਕਿਤੇ ਕਿਤੇ ਅਸੀਂ ਜਾ ਕੇ ਛਾਪੇ ਮਾਰੇ, ਅਗਰ ਮਿਲਦਾ ਨਹੀਂ ਮਿਲਦਾ ਫਿਰ ਚੰਗ ਬਾਜ਼ਾਰ, ਸਾਰੇ 8 ਬਾਜ਼ਾਰਾਂ 'ਚ ਉਹ ਕਹਿੰਦੇ ਮਿਲੇਗਾ ਬੰਦਾ, ਜਾਂ ਫਿਰ 2-4 ਹੋਰ ਪੁਆਇੰਟ ਦੱਸੇ ਉੱਥੇ ਮਿਲੇਗਾ ਇੰਸ਼ਾਅੱਲਾ, ਉੱਥੇ ਜਾਂਦੇ ਹਾਂ। ਠੀਕ ਹੈ ਚਾਚੀ ਚੱਲੀਏ ਫਿਰ। ਚਲੋ ਪੈਟਰੋਲ ਪੰਪ ਤੇ ਪਹੁੰਚ ਗਏ ਆਪਾਂ। ਜਾਂ 700 ਦਾ ਕਰ ਦਿਓ, ਆ ਪੈਸੇ ਪੜ ਬਹੁਤ ਹੈ 700 ਦਾ। ਸ਼ੁਕਰੀਆ ਜੀ ਦੋਸਤੋ। ਅਸੀਂ ਫੈਸਲਾਬਾਦ ਮਿਲਰ ਚੌਕ ਪਹੁੰਚ ਚੁੱਕੇ ਹਾਂ। ਸਾਹਮਣੇ 14 ਅਗਸਤ ਹੋਇਆ ਤਾਂ ਦੇਖੋ ਝੰਡੇ ਲੱਗੇ ਕਿੰਨੇ ਜ਼ਿਆਦਾ। ਆਹ ਏਰੀਆ ਜਿੱਥੇ ਕਿ ਅਕਸਰ ਲੱਭਦੇ ਨੇ, ਜਿੱਥੇ ਇਸ ਟਾਈਮ ਕੋਈ ਵੀ ਨਹੀਂ ਹੈਗਾ, ਲੱਗਦਾ ਅੱਗੇ ਜਾਣਾ ਪੈਣਾ। ਅੱਗੇ ਹੁਣ ਅਸੀਂ ਫਿਰ ਬੋਲੇ ਦੀ ਝੁੱਗੀ ਜਾ ਰਹੇ ਹਾਂ, ਇੱਧਰ ਬੋਲੇ ਦੀ ਝੁੱਗੀ, ਉਹ ਸਾਹਮਣੇ ਸਕੂਲ ਤੇ ਟੈਂਕੀ ਆ ਜਾਂਦੀ, ਸਰਕਾਰੀ ਇਮਾਰਤਾਂ, ਉਹਨਾਂ ਦੇ ਵਿੱਚ ਕਾਫੀ ਜਗ੍ਹਾ ਹੁੰਦੀ ਹੈ, ਉੱਥੇ ਸ਼ਾਇਦ ਮਿਲਣ। ਇਸ ਜਗ੍ਹਾ ਤੇ ਕੋਈ ਨਹੀਂ ਲੱਭਾ। ਸਾਹਮਣੇ ਵਾਸਾ ਦਾ ਆਫਿਸ ਹੈ, ਇੱਥੇ ਪਾਣੀ ਦੀ ਫਰਾਹਮੀ ਹੈ ਨਾ ਪੂਰੇ ਫੈਸਲਾਬਾਦ ਨੂੰ ਇੱਥੋਂ ਹੁੰਦੀ। ਭਾਈ ਹੋਰਾਂ ਨੂੰ ਪੁੱਛਿਆ, ਉਹ ਕਹਿੰਦੇ ਕਿ ਇਹ ਛੋਟਾ ਜਿਹਾ ਭਾਈ, ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਭਾਈ ਅੱਗੇ ਮਿਲਣਗੇ, ਉਹ ਥੋੜੇ ਅੱਗੇ ਨਾ ਕਿੱਕਰ ਜੇ ਲੱਗੇ, ਉੱਥੇ ਜਾ ਕੇ ਕਹਿੰਦੇ ਪਤਾ ਕਰੋ। ਤੇ ਹੁਣ ਅੱਗੇ ਜਾਂਦੇ ਹਾਂ, ਜਿਹੜੀ ਸਿਚੁਏਸ਼ਨ ਹੋਈ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਇਸ ਟਾਈਮ ਅਸੀਂ ਸਰਗੋਦਾ ਰੋਡ ਤੇ ਜਾ ਰਹੇ ਹਾਂ। ਸਾਹਮਣੇ ਤੁਸੀਂ ਸਰਗੋਦਾ ਰੋਡ ਦੇਖ ਸਕਦੇ ਹੋ ਕਿ ਕਿਉਂ ਕਾਫੀ ਸਾਰੀਆਂ ਜਗ੍ਹਾ ਜਿਹੜੀਆਂ ਅਸੀਂ ਘੁੰਮ ਲਈਆਂ, ਲੇਕਿਨ ਉੱਥੋਂ ਕਿਤੇ ਸਾਨੂੰ ਨਜ਼ਰ ਨਹੀਂ ਆਏ। ਆ ਸਾਹਮਣੇ ਹਜੇ ਨਾ ਉੱਠਣਾ ਸ਼ੁਰੂ ਕਰ ਦਿੱਤਾ ਉਹਨਾਂ ਕਈਆਂ ਜਗ੍ਹਾ ਤੇ ਨਜ਼ਰ ਆਏ ਨੇ ਸਾਨੂੰ, ਲੇਕਿਨ ਜਿਹੜਾ ਸਾਡਾ ਮਤਲੂਬਾ ਬੰਦਾ ਨਾ ਉਹ ਨਹੀਂ ਕਿਤੇ ਨਜ਼ਰ ਆਇਆ। ਜਿਹੜੇ ਮਸਈ ਨੇ ਨਾ ਇਸ ਟਾਈਮ ਆਪਣਾ ਨਸ਼ਾ ਪੂਰਾ ਕਰਕੇ ਸੌ ਕੇ ਨੀਂਦ ਕਰਕੇ ਭੁੱਖ ਨਿਕਲਣੀ ਸ਼ੁਰੂ ਹੋ ਗਈ ਤੇ ਹਸਪੀਟਲ। ਚਾਚੂ ਜੀ ਦੇਖ ਰਹੇ ਇਸ ਗਲੀ ਦੇ ਵਿੱਚ ਉਸ ਤਰ੍ਹਾਂ ਦੀ ਸ਼ਰਟ ਵਾਲਾ ਬੰਦਾ ਸੀ, ਮੈਨੂੰ ਨਹੀਂ ਲੱਗਦਾ ਕਿ ਉਹ ਹੈ, ਕਿਉਂਕਿ ਉਹ ਪਤਲਾ ਜਿਹਾ ਸੁਕੜਾ ਜਿਹਾ। ਹਾਂਜੀ ਕਹਿੰਦੇ ਇੱਧਰ ਨੂੰ ਆਈ। ਪਿਛਲਾ ਬੰਦਾ ਚੈੱਕ ਕੀਤਾ ਉਹ ਨਹੀਂ ਸੀ ਹੈਗਾ। ਹੁਣ ਲਾਰੀ ਅੱਡੇ ਸਾਹਮਣੇ ਆ ਗਏ ਆ, ਤੇ ਲਾਰੀ ਅੱਡੇ ਚਾਚੂ ਕਹਿੰਦੇ ਆ ਜਿਹੜੇ ਬੰਦੇ ਇਸ ਤਰ੍ਹਾਂ ਦੇ ਮੁਸਾਫਰ ਵੀ ਸੁੱਤੇ ਹੁੰਦੇ ਨਾ, ਇਸ ਤਰ੍ਹਾਂ ਦੀਆਂ ਜਗ੍ਹਾ ਤੇ ਪਾਰਕਾਂ ਦੇ ਵਿੱਚ ਅਕਸਰ ਉਹ ਇਸ ਤਰ੍ਹਾਂ ਦੇ ਲੋਕ ਜਿਹੜੇ ਨਾ ਟੁੰਨ ਹੋ ਕੇ ਤੇ ਡਿੱਗੇ ਹੁੰਦੇ, ਲੇਕਿਨ ਇੱਥੇ ਵੀ ਸਾਰੇ ਚੈੱਕ ਕਰ ਲਿਆ, ਕਿਤੇ ਨਹੀਂ ਹੈਗਾ। ਕਾਫੀ ਘੁੰਮ ਘੁਮਾ ਕੇ ਖੱਜਲ ਖਰਾਬ ਹੋ ਕੇ ਤੇ ਸਾਹਮਣੇ ਫੈਸਲਾਬਾਦ ਇੰਸਟੀਚਿਊਟ ਆਫ ਕਾਰਡੀਓਲੋਜੀ ਫੈਸਲਾਬਾਦ, ਯਾਨੀ ਕਿ ਦਿਲ ਵਾਲਾ ਹਸਪਤਾਲ, ਇਹਦੇ ਅੰਦਰ ਵੀ ਕਾਫੀ ਸਾਰੀਆਂ ਐਸੀਆਂ ਜਗ੍ਹਾ, ਬਹੁਤ ਸਾਰੇ ਪਾਰਕ ਵਗੈਰਾ ਛੋਟੇ ਛੋਟੇ ਬਣੇ ਨੇ। ਚਾਚੂ ਹੁਰੀ ਗਏ ਹੁਣ ਅੰਦਰ, ਉਹ ਆਉਂਦੇ ਨੇ ਤੇ ਉਹਨਾਂ ਦਾ ਮੈਂ ਵੇਟ ਕਰ ਰਿਹਾ, ਕਹਿੰਦੇ ਤੂੰ ਇੱਥੇ ਖੜਾ ਹੋ। ਉਹਨਾਂ ਨੂੰ ਹਰ ਚੀਜ਼ ਦਾ ਪਤਾ ਹੈ ਯਾਰ, ਉਹ ਕਿਵੇਂ ਦਾ ਬੰਦਾ ਹੈ, ਕਿਵੇਂ ਦੀ ਉਹਦੀ ਫਿਜ਼ੀਕ ਹੈ, ਕਿਵੇਂ ਦੇ ਕੱਪੜੇ ਪਾਏ। ਉਹ ਜਿਵੇਂ ਵੀ ਆਉਂਦਾ ਉਹ ਸਾਰੀ ਮੇਰੇ ਤੋਂ ਜ਼ਿਆਦਾ, ਕਿਉਂਕਿ ਉਹ ਬਹੁਤ ਜ਼ਿਆਦਾ ਉਮਰ ਦਾ ਤਜਰਬਾ ਵੀ ਉਹਨਾਂ ਦੇ ਕੋਲ ਹੈ, ਤੇ ਉਹਨਾਂ ਨੂੰ ਹਰ ਬੰਦੇ ਦੀ ਪਹਿਚਾਣ ਨਹੀਂ, ਕਿਉਂਕਿ ਸਾਰੀ ਉਮਰ ਉਹਨਾਂ ਨੇ ਡਰਾਈਵਰੀ ਕੀਤੀ ਤੇ ਹਰ ਬੰਦੇ ਨੂੰ ਜਾਣਦੇ। ਦਿਲ ਵਾਲਾ ਹਸਪਤਾਲ ਵੀ ਸਾਰਾ ਫਿਰ ਰਿਹਾ। ਤੇ ਹੁਣ ਇਸ ਟਾਈਮ 8 ਬਾਜ਼ਾਰ ਨੇ ਸਾਹਮਣੇ ਘੰਟਾ ਘਰ ਦਾ ਨਜ਼ਰ ਆ ਰਿਹਾ। ਹੁਣ ਘੰਟਾ ਘਰ ਦੇ ਆਲੇ ਦੁਆਲੇ ਜਿੰਨੇ ਵੀ ਬਾਜ਼ਾਰ ਨੇ ਸਾਰੇ ਘੁੰਮ ਘੁਮਾ ਕੇ ਹਰ ਜਗ੍ਹਾ ਤੇ ਚੱਲੀ ਮੰਗਦਾ ਵੀ ਹੁੰਦਾ। ਇਸ ਟਾਈਮ ਬਾਜ਼ਾਰਾਂ ਦੇ ਵਿੱਚ ਜ਼ਿਆਦਾਤਰ ਰਸ਼ ਘੱਟ ਹੀ ਹੈ, ਸੁਬਹ ਟਾਈਮ। ਫੈਸਲਾਬਾਦ ਦੇ ਜ਼ਿਆਦਾਤਰ ਉਹ ਜਗ੍ਹਾ ਜਿੱਥੇ ਕਿ ਨਸ਼ਈ ਮਿਲ ਸਕਦੇ ਸੀ। ਚਾਚੂ ਅੰਦਰ ਜਾ ਕੇ ਤੇ ਉਹਨਾਂ ਨੂੰ ਵੇਖ ਆਏ, ਹਰ ਬੰਦੇ ਨੂੰ, ਹਰ ਪਾਰਕ ਤਕਰੀਬਨ ਚੈੱਕ ਕਰ ਲਿਆ ਹੁਣ ਤੱਕ। ਤੇ ਇਸ ਟਾਈਮ ਆ ਝੰਗ ਬਾਜ਼ਾਰ ਤੇ ਇਹ ਹੈਗਾ ਜੰਗ ਰੋਡ, ਇਹਦੇ ਉੱਤੇ ਅਸੀਂ ਖੜੇ ਹੋਏ ਹਾਂ। ਤੇ ਹਜੇ ਚਾਚੂ ਹੁਰੀ ਫੇਰ ਗਏ ਨੇ, ਆਉਂਦੇ ਨੇ ਵਾਪਸ, ਕੋਈ ਨਵੀਂ ਖਬਰ ਮਿਲੇਗੀ
ਮੇਰਾ ਨਹੀਂ ਖਿਆਲ ਕਿ ਐਡੇ ਵੱਡੇ ਸ਼ਹਿਰ ਦੇ ਵਿੱਚ ਕਿਸੇ ਇੱਕ ਬੰਦੇ ਨੂੰ ਲੱਭਣਾ ਪੋਸੀਬਲ ਹੈਗਾ, ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਜਗ੍ਹਾ ਤੇ ਨਿਸ਼ਾਨਦੇਹੀ ਕੋਈ ਕਰਦਾ ਹਰ ਉਸ ਜਗ੍ਹਾ ਤੇ ਜਾ ਰਹੇ ਹਾਂ ਜੀ। ਇਸ ਟਾਈਮ ਮੈਂ ਝੰਗ ਬਾਜ਼ਾਰ ਤੋਂ ਜਦੋਂ ਝੰਗ ਰੋਡ ਤੇ ਚੜ੍ਹਦੇ ਉਸ ਜਗ੍ਹਾ ਤੇ ਖੜਾ ਹੋਇਆ, ਸਾਹਮਣੇ ਤੁਹਾਨੂੰ ਝੰਗ ਬਾਜ਼ਾਰ ਦਿਖਾ ਦਈਏ। ਉਹ ਸਾਹਮਣੇ ਘੰਟਾ ਘਰ ਨਜ਼ਰ ਆ ਰਿਹਾ ਹੁਣ। ਉੱਥੋਂ ਤਕਰੀਬਨ ਅਸੀਂ ਸਾਰੇ ਬਾਜ਼ਾਰ ਜਿੰਨੇ ਵੀ ਹੈਗੇ ਨਾ ਘੁੰਮ ਘੁਮਾ ਕੇ ਫਿਰ ਇੱਥੇ ਪਹੁੰਚੇ ਹਾਂ। ਹਜੇ ਰਸ਼ ਇੰਨਾ ਜ਼ਿਆਦਾ ਨਹੀਂ ਹੈਗਾ ਕਿਉਂਕਿ ਸਵੇਰ ਦਾ ਟਾਈਮ ਹੈ, ਜਦੋਂ 11-12 ਵਜੇ। ਅੱਜ ਵੈਸੇ ਵੀ ਗਰਮੀ ਹੈ ਜੇ, ਤੇ ਅਕਸਰ ਰਸ਼ ਜਿਹੜਾ ਸ਼ਾਮੀ 4-5 ਵਜੇ ਸ਼ੁਰੂ ਹੁੰਦਾ। ਫਿਰ ਇਸ ਬਾਜ਼ਾਰ ਦੇ ਵਿੱਚ ਇੰਨਾ ਜ਼ਿਆਦਾ ਰਸ਼ ਹੁੰਦਾ। ਇੱਥੇ ਹਜੇ ਬਹੁਤ ਸਾਰੀਆਂ ਰੇਹੜੀਆਂ ਲੱਗ ਜਾਣੀਆਂ, ਬਹੁਤ ਸਾਰੇ ਹਜੇ ਕਾਰੋਬਾਰ ਖੁੱਲ੍ਹਣੇ, ਦੁਕਾਨਾਂ ਸਾਰੀਆਂ ਤੁਸੀਂ ਚੈੱਕ ਕਰ ਸਕਦੇ ਹੋ ਕਿ ਬੰਦ ਨੇ ਹਜੇ ਫਿਲਹਾਲ। ਹਾਂਜੀ, ਅਸਲਾਮ ਵਾਲੇਕਮ ਭਾਈਜਾਨ, ਕੀ ਹਾਲ? ਠੀਕ ਹੋ? ਆ ਤੁਹਾਡੀ ਰੇਹੜੀ ਹੈ? ਹਾਂਜੀ ਭਾਈ। ਅੱਛਾ, ਮਾਸ਼ਾਅੱਲਾ। ਕੀ ਨਾਮ ਹੈ ਆਪਣਾ? ਨਿਆਮਤ ਅਲੀ। ਯੂਸਫ ਦਾ ਪਸ਼ਾਵਰੀ। ਵਾਹ ਬਈ ਵਾਹ। ਛੋਟਾ ਗਲਾਸ 20 ਰੁਪਏ ਦਾ ਤੇ ਵੱਡਾ ਗਲਾਸ ਹੈਗਾ 30 ਰੁਪਏ ਦਾ। ਹੋਰ ਭਾਜੀ ਸਭ ਠੀਕ ਹੈ ਭਾਜੀ। ਭਾਈਜਾਨ ਇੱਕ ਬੰਦਾ ਅਸੀਂ ਟਰੇਸ ਕਰ ਰਹੇ ਹਾਂ ਇੱਥੋਂ, ਤੇ ਉਹ ਲੱਭਣ ਨਹੀਂ ਡਿਆ ਸਾਨੂੰ। ਅਸੀਂ ਸਵੇਰ ਦੇ ਨਿਕਲਿਆ ਘਰੋਂ। ਕਿਹੜਾ ਬੰਦਾ? ਬੰਦਾ ਇੱਕ ਨਸ਼ਈ ਮੋਟਰਸਾਈਕਲ ਚੋਰੀ ਕਰ ਲਿਆ, ਤੇ ਐਡੇ ਵੱਡੇ ਸ਼ਹਿਰ ਦੇ ਵਿੱਚ ਅਸੀਂ ਉਹ ਠਿਕਾਣੇ ਲੱਭਦੇ ਪਏ ਹਾਂ ਜਿੱਥੇ ਉਹ ਮਿਲ ਸਕਦਾ, ਜਿੱਥੇ ਚੋਰਾਂ ਦਾ ਜਾਂ ਇਸ ਤਰ੍ਹਾਂ ਨਸ਼ਈਆਂ ਦਾ ਠਿਕਾਣਾ ਹੈਗਾ। ਸਹੀ, ਉਹ ਉੱਥੇ ਪੈਂਦੇ ਆ, ਉਹ ਉੱਥੇ ਪੈਂਦੇ ਆ, ਅੱਗੇ ਜਾ ਕੇ ਪੈਂਦੇ ਆ। ਹਾਂਜੀ, ਉਹ ਤੋਂ ਅੱਗੇ ਹੀ ਪੈਂਦੇ ਆ ਐਸੇ ਰੋਡ। ਅੱਛਾ ਨਹੀਂ, ਬੰਦਾ ਸਾਡਾ ਇੱਕ ਗਿਆ ਹੋਇਆ ਚੈੱਕ ਕਰਨ। ਉਹ ਜਿਵੇਂ ਆਏਗਾ ਘੁੰਮ ਘੁਮਾ ਕੇ ਫਿਰ ਆ ਕੇ ਕੋਈ ਰਿਪੋਰਟ ਦੇਗਾ। ਸਾਰੇ ਜਿੰਨਾ ਵੀ ਏਰੀਆ ਨਾ ਉਹ ਸਾਰੇ ਚੈੱਕ ਕਰ। ਮੌਸਮ ਵੀ ਮਾਸ਼ਾਅੱਲਾ ਬੜਾ ਪਿਆਰਾ ਹੋ ਗਿਆ, ਤੇ ਚਾਚੂ ਹੁਰੀ ਘੁੰਮ ਘੁਮਾ ਕੇ ਫੇਰ ਫੁਰ ਕੇ ਆ ਗਏ ਨੇ। ਕਹਿੰਦੇ ਰਾਸ਼ ਅਜੇ ਘੱਟ ਹੈ। ਜਿਵੇਂ ਲੋਕ ਖਰੀਦਾਰੀ ਕਰਨ ਵਾਲੇ ਬਾਹਰ ਨਿਕਲਦੇ, ਇਸ ਤਰ੍ਹਾਂ ਹੀ ਮੰਗਣ ਵਾਲੇ ਲੋਕ ਜਿਹੜੇ ਨਾ ਉਹ ਬਾਹਰ ਨਿਕਲਦੇ। ਹੁਣ ਚੱਲ ਕੇ ਇੱਥੇ ਕੋਈ ਖੋਖਾ ਲੱਭਦੇ ਆ ਚਾਹ ਵਾਲਾ, ਉੱਥੇ ਨਾਲ ਚਾਹ ਪੀਂਦੇ ਆ, ਨਾਲੇ ਉੱਥੇ ਵੇਟ ਕਰਦੇ ਆ। ਇਸ ਟਾਈਮ ਅਸੀਂ ਝੰਗ ਰੋਡ ਤੋਂ ਨਿਕਲ ਕੇ, ਝੰਗ ਰੋਡ ਤੋਂ ਇੱਧਰ ਡਜਕੋਰ ਰੋਡ ਆ, ਸਿੱਧਾ ਜਾ ਰਿਹਾ ਨਵਲਟੀ ਪੁਲ ਤੇ। ਉੱਥੇ ਆਇਆ, ਸਾਡੀ ਟੁੱਟ ਗਈ ਕਲੱਚ ਦੀ ਤਾਰ। ਕਹਿੰਦੇ ਜੀ ਜਿੱਥੇ ਤੁਸੀਂ ਬੈਠੇ ਹੋ ਇੱਥੇ ਕਿਸੇ ਦੌਰ 'ਚ ਟੂਟੀਆਂ ਵਾਲਾ ਖੂਹ ਹੁੰਦਾ ਸੀ। ਅਜੇ ਵੀ ਹੈਗਾ? ਅਜੇ ਵੀ ਹੈਗਾ? ਅਜੇ ਵੀ ਹੈਗਾ ਭਾਜੀ, ਉਹ ਬਾਰਗਾਂ ਦੇ ਪਿੱਛੇ। ਅੱਛਾ, ਇੱਧਰਲੀ ਸਾਈਡ ਤੇ ਆ ਬਾਰਗਾ, ਇਹਦੇ ਪਿੱਛੇ ਕਿਤੇ ਕਹਿੰਦੇ ਕਿੰਨਾ ਕੁ ਪੁਰਾਣਾ? ਹੋਗਾ 250 ਸਾਲ ਪੁਰਾਣਾ। 250 ਸਾਲ। ਇਹ ਜਦੋਂ ਇੰਡੀਆ ਪਾਕਿਸਤਾਨ ਇਕੱਠਾ ਹੋਇਆ ਸੀ, ਗਊਸ਼ਾਲਾ ਮਣੀਆਂ ਵਿੱਚ ਅੱਗ ਲਾ ਕੇ ਇਹਦੇ ਅੰਦਰ ਆ ਕੇ ਹਿੰਦੂ ਨਹਾਉਂਦੇ ਹੁੰਦੇ ਸੀ। ਅੱਛਾ, ਯਾਨੀ ਕਿ ਆਮ ਬਾਰਗਾ ਦੀ ਬੈਕ ਸਾਈਡ ਤੇ ਹੈਗਾ ਟੂਟੀਆਂ ਵਾਲਾ ਖੂਹ। ਆ ਸਾਹਮਣੇ ਇਹਨਾਂ ਦੇ ਮਗਰਲੇ ਪਾਸੇ ਗੁਸਲਖਾਨੇ ਬਣੇ ਹੁੰਦੇ ਸੀ, ਔਰਤਾਂ ਇੱਥੇ ਨਹਾਉਂਦੀਆਂ, ਬੰਦੇ ਬਾਹਰ ਨਹਾਉਂਦੇ ਸੀ। ਅੱਛਾ, ਯਾਨੀ ਕਿ ਟੂਟੀਆਂ ਵਾਲਾ ਖੂਹ ਤੇ ਬੜਾ ਮਸ਼ਹੂਰ ਮਰੂਫ ਆ ਇਲਾਕਾ ਫੈਸਲਾਬਾਦ ਦਾ। ਇੱਥੇ ਬੜਾ ਪੁਰਾਣਾ, ਯਾਨੀ ਕਿ ਥੋੜੀ ਤਰੀਕ ਜਿਹੜੇ ਭਾਈ ਹੋਰੀ ਦੱਸਦੇ ਨੇ, ਅੱਗ ਲਾ ਕੇ ਆਉਂਦੇ ਹੁੰਦੇ ਸੀ ਹਿੰਦੂ ਆਪਣੇ। ਅੱਛਾ, ਜਿਹਨਾਂ ਕੋਲ ਛਾੜ ਕੇ ਆਉਂਦੇ ਸੀ। ਹਾਂਜੀ, ਯਾਨੀ ਕਿ ਅੰਤਮ ਸੰਸਕਾਰ ਜਿਹਨੂੰ ਕਹਿੰਦੇ ਨਾ, ਉਹ ਕਰਕੇ ਆਉਂਦੇ ਹੁੰਦੇ ਸੀ, ਇੱਥੇ ਆ ਕੇ ਫਿਰ ਨਹਾਉਂਦੇ ਹੁੰਦੇ ਸੀ। ਸਾਹਮਣੇ ਮਸਜਿਦ ਕਲਮਾ ਲਿਖਿਆ ਹੋਇਆ, ਲਾ ਇਲਾਹਾ ਇल्लल्लाह ਮੁਹੰਮਦ ਰਸੂਲੁल्लाह। ਤੋਂ ਤੁਸੀਂ ਦੇਖ ਸਕਦੇ ਹੋ ਲਿਖਿਆ ਕਾਦੇ ਦਾ ਮਾਰਕੀਟ, ਟੂਟੀਆਂ ਵਾਲਾ ਖੂਹ, ਡਜਕੋਟ ਰੋਡ, ਫੈਸਲਾਬਾਦ। ਇੱਧਰ ਵੀ ਲਿਖਿਆ ਹੋਇਆ ਕਲਮੇ ਵਾਲੀ ਮਸਜਿਦ। ਇਹ ਮਸਜਿਦ ਵੀ ਕਲਮੇ ਵਾਲੀ ਮਸਜਿਦ ਦੇ ਨਾਂ ਤੋਂ ਮਸ਼ਹੂਰ ਹੈ। ਮੌਸਮ ਅੱਲਾਹ ਤਾਲਾ ਨੇ ਬੜਾ ਪਿਆਰਾ ਕਰ ਦਿੱਤਾ। ਸਾਹਮਣੇ ਤੁਸੀਂ ਦੇਖ ਸਕਦੇ ਹੋ ਬੱਦਲ ਹੋ ਗਏ ਨੇ, ਲੱਗਦਾ ਬਾਰਿਸ਼ ਵੀ ਹੋ ਜਾਏਗੀ, ਕਿਉਂਕਿ ਫੈਸਲਾਬਾਦ ਤੇ ਲਾਹੌਰ ਦੇ ਵਿੱਚ ਨਾ ਜਦੋਂ ਬੱਦਲ ਹੁੰਦੇ ਮਾੜੇ ਤੇ ਬਾਰਿਸ਼ ਸ਼ੁਰੂ ਹੋ ਜਾਂਦੀ। ਇਸ ਟਾਈਮ ਅਸੀਂ ਬੈਠੇ ਹਾਂ, ਛੋਟੀ ਜਿਹੀ ਇੱਕ ਨਹਿਰ ਗੁਜ਼ਰਦੀ ਹੈ, ਰਾਜਬਾਗ ਰੋਡ ਹੈ, ਇਹਨੂੰ ਕਹਿੰਦੇ ਅੱਗੇ ਝੰਗ ਰੋਡ ਤੇ ਚੜ੍ਹ ਜਾਂਦਾ। ਆਹ ਸਾਹਮਣੇ ਲਿਖਿਆ ਵੀ ਹੋਇਆ ਬੈਰੂਨ ਮਿੰਟਗੁਮਰੀ ਰਾਜਬਾਗ ਰੋਡ ਫੈਸਲਾਬਾਦ। ਤੇ ਆਹ ਮਿੰਟਗੁਮਰੀ ਰੋਡ ਹੈ, ਇਧਰੋਂ ਸਾਹਮਣੇ ਜਿਹੜਾ ਮਿੰਟਗੁਮਰੀ ਬੋਰਡ ਲੱਗਾ ਹੋਇਆ ਇਹ ਵਾਲਾ। ਇੱਥੋਂ ਆਹ ਬਾਜ਼ਾਰ ਜਿਹੜਾ ਇੱਧਰ ਖੱਬੇ ਹੱਥ ਮੁੜਦਾ, ਇਹ ਜਾਂਦਾ ਮਿੰਟਗੁਮਰੀ ਬਾਜ਼ਾਰ, ਤੇ ਉਸ ਤੋਂ ਅੱਗੇ ਘੰਟਾ ਘਰ ਆ ਜਾਂਦਾ। ਇੱਥੇ ਹੁਣ ਅਸੀਂ ਚਾਹ ਦਾ ਆਰਡਰ ਦਿੱਤਾ, ਚਾਹ ਪੀ ਕੇ ਥੋੜੀ ਜਿਹੀ એનર્ਜੀ ਬਹਾਲ ਹੋਈ, ਫੇਰ ਅੱਗੇ ਨਿਕਲਦੇ। ਚਾਹ ਆ ਗਈ ਮਾਸ਼ਾਅੱਲਾ। ਦੋਸਤੋ, ਮੈਂ ਇਸ ਟਾਈਮ ਖੜਾ ਹੋਇਆ, ਕਿਹੜਾ ਬਾਜ਼ਾਰ ਹੈ ਤੁਹਾਨੂੰ ਦੱਸਾਂ। ਇੱਥੇ ਲਿਖਿਆ ਹੋਣਾ ਝੰਗ ਬਾਜ਼ਾਰ। ਆਹ ਹੈਗਾ ਝੰਗ ਬਾਜ਼ਾਰ, ਤੇ ਉਹਦੇ ਨਾਲ ਹੀ ਆਹ ਰੋਡ ਨਿਕਲਦਾ ਇੱਕ ਝੰਗ ਬਾਜ਼ਾਰ ਦੇ ਨਾਲ। ਉਹਦੇ ਉੱਤੇ ਹੈਗਾ ਦਰਬਾਰ ਲਸੂੜੀ ਸ਼ਾਹ। ਆਹ ਬੜਾ ਮਸ਼ਹੂਰ ਉਹ ਮਰੂਫ ਇੱਥੋਂ ਦਾ ਦਰਬਾਰ ਹੈ, ਤੇ ਬੜੇ ਵੱਡੇ ਬਜ਼ੁਰਗ ਸਨ। ਤੇ ਇੱਥੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਉਹ ਇੱਥੇ ਆ ਕੇ ਕਵਾਲੀ ਕਰਦੇ ਰਹੇ ਨੇ। ਅੰਦਰੋਂ ਥੋੜਾ ਤੁਹਾਨੂੰ ਨਜ਼ਾਰਾ ਕਰਵਾ ਦਈਏ। ਚਾਚੂ ਹੋਰੀ ਅੱਗੇ ਗਏ ਹੋਏ ਕਿ ਯਾਰ ਮੈਂ ਚੈੱਕ ਕਰਕੇ ਆਉਣਾ ਕਿਤੇ ਇੱਥੇ ਨਾ ਮੰਗਣ ਨਾ ਡਿਆ ਹੋਏ। ਅੱਗੇ ਸਾਰੇ ਬਾਜ਼ਾਰਾਂ 'ਚ ਫਿਰਨ ਗਏ ਨੇ। ਆਹ ਹੈਗਾ ਦਰਬਾਰ ਹਜ਼ਰਤ ਬਾਬਾ ਲਸੂੜੀ ਸ਼ਾਹ। ਉਹ ਉਧਰ ਸਾਹਮਣੇ ਲਿਖਿਆ ਵੀ ਹੋਣਾ, ਇਹ ਦੇਖੋ ਤੁਸੀਂ, ਉਹ ਸਾਹਮਣੇ ਲਿਖਿਆ ਦਰਬਾਰ ਹਜ਼ਰਤ ਬਾਬਾ ਲਸੂੜੀ ਸ਼ਾਹ ਸਰਕਾਰ ਰਹਿਮਤੁल्लाह अलैह। ਉਹ ਸਾਹਮਣੇ ਉਹਨਾਂ ਦੇ ਮਰੀਜ਼ ਵੀ ਬੈਠੇ ਹੋਏ ਨੇ। ਆਹ ਸਾਹਮਣੇ ਯਾਰ ਹੱਥ ਲਾ ਦਿਓ ਮਰੀਜ਼ ਸਾਹਿਬ। ਅੰਦਰੋਂ ਹੁਣ ਥੋੜਾ ਜਿਹਾ ਤੁਹਾਨੂੰ ਦਰਬਾਰ ਦਿਖਾਉਂਦੇ ਆ ਮਾਸ਼ਾਅੱਲਾ। ਆਹ ਜੀ ਦਰਬਾਰ ਦੀ ਐਂਟਰੀ। ਔਲੀਆ ਅੱਲਾਹ ਅੱਲਾਹ ਔਲੀਆ ਹਿੱਚ ਫਿਰਕੇ ਦਰਮਿਆਨ ਨਬੂਰ ਦਬਾ ਹਰ ਕੇ ख्वाहिश हम नशीनी बाखुदा ਉਹ नशीनत दर हजूर औलिया। अस्सलाम वालेकुम सर जी, की हाल है? ठीक हो? सेहत भी है? ठीक है। दरबार केड़ी साइड ते मस्जिद के दरबार ही है सारा? अच्छा जी, ਇਹ ਸਾਹਮਣੇ ਦਰਬਾਰ ਹੈ ਤੇ ਮਸਜਿਦ ਕਹਿੰਦੇ ਕਿ ਉੱਤਰ। ਥੋੜਾ ਜਿਹਾ ਤੁਹਾਨੂੰ ਨਜ਼ਾਰਾ ਕਰਵਾ ਦਿੰਦੇ ਆ। ਦੇਖੋ ਜੀ, ਇਹ ਦਰਬਾਰ ਹੈ ਹਜ਼ਰਤ ਬਾਬਾ ਲਸੂੜੀ ਸ਼ਾਹ ਰਹਿਮਤੁल्लाह अलैह।
ਇੱਥੇ ਕੀ ਡਿਊਟੀ ਤੁਹਾਡੀ? ਮੈਂ ਤੇ ਨਿਗਰਾਨ ਮਹਿਕਮਾ ਕਾ। ਅੱਛਾ, ਮਹਿਕਮਾ ਕਾਫ ਦੀ ਤਰਫੋਂ ਇਹ ਨਿਗਰਾਨ ਨੇ ਮਾਸ਼ਾਅੱਲਾ। ਤੇ ਦਰਬਾਰ ਦੇ ਬਾਰੇ ਥੋੜੀ ਜਿਹੀ ਇਨਫੋਰਮੇਸ਼ਨ ਦੇ ਦੋਗੇ? ਇਹ ਦਰਬਾਰ ਬਾਬਾ ਜੀ ਨੇ 1932 ਦੇ ਪਰਦਾ ਪਾਇਆ ਜੀ। ਅੱਛਾ ਅੱਛਾ ਪਾਕਿਸਤਾਨ ਬਣਨ ਤੋਂ ਪਹਿਲਾਂ ਬਾਬਾ ਜੀ ਇੱਥੇ ਮੁਕੀਮ ਸਨ। ਬਹੁਤ ਖੂਬਸੂਰਤ ਦਰਬਾਰ ਸੀ। ਇੱਥੇ ਹਰ ਕਿਸਮ ਦੀ ਬਿਮਾਰੀ ਦਾ ਅੱਲਾਹ ਪਾਕ ਇਲਾਜ ਹੁੰਦਾ ਵੇ ਬਜ਼ੁਰਗਾਂ ਦੀ ਦੁਆ ਦੇ ਨਾਲ। ਸਾਹਮਣੇ ਪਿਆਲਾ ਪਿਆ ਵੇ ਸਰਕਾਰ ਦਾ ਪਾਣੀ, ਉੱਥੋਂ ਲੋਕ ਪੀਂਦੇ ਨੇ ਤੇ ਲੰਗਰ ਤਕਸੀਮ ਹੁੰਦਾ ਵੇ ਜੁਮੇਰਾਤ ਨੂੰ। ਹਰ ਰੋਜ਼ ਹੀ ਤਕਰੀਬਨ ਜੁਮੇਰਾਤ ਨੂੰ ਖਸੂਸੀ ਤੌਰ ਤੇ ਅੱਛਾ ਹਰ ਰੋਜ਼ ਹੀ। ਮੈਂ ਸੁਣਿਆ ਇੱਥੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਜਿਹੜੇ ਨੇ ਉਹ ਕਵਾਲੀ ਕਰਕੇ ਹੀ ਜਾਂਦੇ ਹੁੰਦੇ ਸੀ। ਜੀ ਇੱਥੇ ਕਵਾਲੀ ਵੀ ਕਰਦੇ ਹਨ, ਇੱਥੇ ਰਿਆਜ਼ ਵੀ ਕਰਦੇ ਹਨ ਆਪ ਉਸਤਾਦ ਨੁਸਰਤ ਫਤਿਹ ਅਲੀ ਖਾਨ। ਤੇ ਤਕਰੀਬਨ ਪਹਿਲੇ ਜਦੋਂ ਆਪ ਹੁੰਦੇ ਸੀ ਹਰ ਉਰਸ ਦੇ ਦੌਰਾਨ ਇੱਥੇ ਕਵਾਲੀ ਨੁਸਰਤ ਫਤਿਹ ਅਲੀ ਖਾਨ ਸਾਹਿਬ ਤੇ ਜਿਹੜੇ ਉਹਨਾਂ ਦੇ ਆਪਣਾ ਭਤੀਜੇ ਨੇ ਰਾਹਤ ਫਤਿਹ ਅਲੀ ਖਾਨ ਉਹ ਵੀ ਇੱਥੇ ਕਰਕੇ ਗਏ ਨੇ ਕਵਾਲੀ। ਹਰ ਕਵਾਲ ਇੱਥੇ ਕਵਾਲੀ ਕਰਕੇ ਗਿਆ। ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਸ਼ੁਕਰੀਆ ਜੀ। ਖਾਨ ਦੀ ਇੱਥੇ ਰਿਹਾਇਸ਼ ਸੀ। ਅੱਛਾ ਅੱਛਾ ਨਾਲ ਹੀ ਰਿਹਾਇਸ਼ ਉਹਨਾਂ ਦੀ ਖਤਮ ਹੋ ਗਈ, ਵੇਚ ਕੇ ਨੇ। ਅੱਛਾ ਅੱਛਾ, ਉਹ ਹੁਣ ਵੇਚ ਦਿੱਤੀ ਆਪਣੀ ਰਿਹਾਇਸ਼ ਉਹਨਾਂ ਨੇ? ਹਾਂਜੀ ਅੱਛਾ ਅੱਛਾ ਰਾਹਤ ਨੇ ਵੇਚੀ ਨਾ ਜੀ। ਠੀਕ। ਬਾਕੀ ਉਹਨਾਂ ਦੀ ਫੈਮਿਲੀ ਦਾ ਕੋਈ ਮੈਂਬਰ ਹੈਗਾ ਇੱਥੇ? ਨਹੀਂ ਕੋਈ ਨਹੀਂ ਖਾਸ। ਅੱਛਾ ਚਲੋ ਜੀ, ਥੈਂਕ ਯੂ, ਬਹੁਤ ਸ਼ੁਕਰੀਆ ਬਸ਼ੀਰ ਸ਼ਾਹ ਸਾਹਿਬ। ਅੱਲਾਹ ਤੁਹਾਨੂੰ ਹੱਸਦਾ ਵਸਦਾ ਰੱਖੇ, ਆਮੀਨ। ਜਿਹੜੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਸਨ, ਸਭ ਤੋਂ ਪਹਿਲੇ ਇਸ ਦਰਬਾਰ ਦੇ ਉੱਤੇ ਆ ਕੇ ਕਵਾਲੀ ਪੜ੍ਹਦੇ ਸੀ ਜਾਂ ਗਾਉਂਦੇ ਸੀ। ਤੇ ਉਹਨਾਂ ਦੇ ਵਾਲਿਦ ਸਾਹਿਬ ਸਨ, ਉਹ ਵੀ ਮਾਸ਼ਾਅੱਲਾ ਬੜੇ ਉਹਨਾਂ ਦੇ ਉਸਤਾਦ ਵੀ ਸਨ। ਉਹਨਾਂ ਨੇ ਇੱਥੋਂ ਆ ਕੇ ਫਿਰ ਉਹਨਾਂ ਦਾ ਅਰੂਜ ਜਿਹੜਾ ਨਾ ਇੱਥੋਂ ਸ਼ੁਰੂ ਹੋਇਆ। ਇੱਥੇ ਪਹਿਲੇ ਕਵਾਲੀ ਕਰਦੇ ਸਨ। ਕਿਸੇ ਦਿਨ ਤੁਹਾਡੇ ਸਾਹਮਣੇ ਪੂਰੀ ਤਾਰੀਖ ਉਸਤਾਦ ਨੁਸਰਤ ਫਤਿਹ ਅਲੀ ਖਾਨ ਦੀ ਕਿਵੇਂ ਕਿਵੇਂ ਉਹਨਾਂ ਨੇ ਤਰੱਕੀ ਕੀਤੀ ਤੇ ਕਿੱਥੇ ਕਿੱਥੇ ਪਹੁੰਚੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਫਿਲਹਾਲ ਇੱਕ ਹੋਰ ਕੰਮ ਦੇ ਵਿੱਚ ਫਸੇ ਹੋਏ ਹਾਂ, ਦੁਆ ਕਰਿਓ ਕਿ ਉਹ ਕੰਮ ਜਿਹੜਾ ਨਾ ਬੇਖੈਰ ਆਫੀਅਤ ਸਾਡਾ ਪਾਇਆ ਤਕਮੀਲ ਤੱਕ ਪਹੁੰਚ ਜਾਵੇ। ਚਾਚੂ ਹੋਰੀ ਮੈਨੂੰ ਇੱਥੇ ਬਾਬਾ ਲਸੂੜੀ ਸ਼ਾਹ ਸਰਕਾਰ ਦੇ ਦਰਬਾਰ ਤੇ ਬਿਠਾ ਕੇ ਤੇ ਆਪ ਕਿਤੇ ਅੱਗੇ ਗਏ ਹੋਏ ਫਿਰਨ ਤੁਰਨ। ਟਾਈਮ ਤੁਸੀਂ ਦੇਖ ਸਕਦੇ ਹੋ 10 ਵੱਜ ਚੱਲੇ। ਸਾਹਮਣੇ ਦੁਕਾਨਾਂ ਵਗੈਰਾ ਕਾਫੀ ਸਾਰੀਆਂ ਆਸਤਾ ਆਸਤਾ ਖੁੱਲਣੀਆਂ ਸ਼ੁਰੂ ਹੋ ਗਈਆਂ। ਬਹੁਤ ਸਾਰੇ ਅਜੇ ਦੁਕਾਨਾਂ ਜਿਹੜੀਆਂ ਬੰਦ ਨੇ, ਜਿਵੇਂ 11 ਵਜੇ ਨੇ ਦੁਕਾਨਾਂ ਸ਼ੁਰੂ ਹੋ ਜਾਣੀਆਂ। ਤੇ ਇਸ ਟਾਈਮ ਜਿਵੇਂ ਜਿਵੇਂ ਰਸ਼ ਪੈਣਾ ਤੇ ਲੋਕ ਵੀ ਇਸ ਤਰ੍ਹਾਂ ਬਾਹਰ ਨਿਕਲਣੇ ਸ਼ੁਰੂ ਹੋ ਜਾਣੇ ਨੇ। ਤੇ ਉਹ ਜਿਹੜਾ ਸਾਡਾ ਮਤਲੂਬਾ ਬੰਦਾ ਉਹ ਵੀ ਇਸ ਤਰ੍ਹਾਂ ਹੀ ਇਹਨਾਂ ਰੋਡਾਂ ਦੇ ਉੱਤੇ ਸਾਨੂੰ ਕਿਤੇ ਮੰਗਦਾ ਮੂੰਗਦਾ ਨਜ਼ਰ ਆ ਜਾਏਗਾ। ਖਾਸ ਕਰ ਆ ਜਿਹੜਾ ਝੰਗ ਬਾਜ਼ਾਰ, ਇਸ ਬਾਜ਼ਾਰ ਦੇ ਉੱਤੇ ਉੱਥੇ ਸੀਟ ਆ ਰਹੇ ਭਾਈ। ਸਾਡਾ ਨਾ ਮੋਟਰਸਾਈਕਲ ਗੁੰਮ ਹੋ ਗਿਆ ਤੇ ਅਸੀਂ ਲੱਭਣ ਡੇ ਸੀ ਸਾਰੇ ਇੱਥੇ ਨਾ ਬੰਦੇ ਨੂੰ। ਉਹ ਬੰਦਾ ਕਹਿੰਦੇ ਕਿ ਇੱਥੇ ਕਿਤੇ ਨਾ ਮੰਗਦਾ ਤੇ ਉਹਨੂੰ ਪਹਿਲੇ ਲੱਭਣ ਡਿਆ। ਤੇ ਮੈਂ ਨਾ ਬਾਬਾ ਲਸੂੜੀ ਸ਼ਾਹ ਦੇ ਦਰਬਾਰ ਤੇ ਆ ਗਿਆ। ਮੈਂ ਕਿਹਾ ਚਲੋ ਇੱਥੇ ਬੈਠ ਕੇ ਨਾ ਇੰਤਜ਼ਾਰ ਕਰਦੇ ਹਾਂ, ਛਾਂ ਵੀ ਹੈਗੀ ਹੈ ਤੇ ਮਾਸ਼ਾਅੱਲਾ ਨਾਲੇ ਇੱਥੇ ਬੜੀ ਵਧੀਆ ਸੀ ਮਾਸ਼ਾਅੱਲਾ, ਬਹੁਤ ਵਧੀਆ ਸੀ। ਨੁਸਰਤ ਫਤਿਹ ਨੂੰ ਤੋਂ ਭਾਲ ਲੱਦੇ ਬਾਬਾ ਲਸੂੜੀ ਸਾਹਿਬ। ਅੱਛਾ ਅੱਛਾ, ਕਹਿੰਦੇ ਜੀ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਇਹ ਬਾਬਾ ਲਸੂੜੀ ਸ਼ਾਹ ਦੇ ਦਰਬਾਰ ਤੋਂ ਹੀ ਭਾਗ ਲੱਗੇ ਨੇ। ਉਹਨਾਂ ਦਾ ਭਤੀਜਾ ਵੀ ਇੱਥੇ ਆਂਦਾ ਹੁੰਦਾ ਵੀ ਮੈਂ ਦੇਖਿਆ ਨਹੀਂ, ਦੋ ਤਿੰਨ ਵਾਰੀ ਹੁਣੇ ਦੇਖਿਆ। ਮੈਂ ਦੇਖਿਆ ਨਹੀਂ, ਮੈਂ ਝੂਠਾ ਤੋਂ ਬੋਲ। ਅੱਛਾ, ਕਹਿੰਦੇ ਜੀ ਮੈਂ ਝੂਠ ਕਿਉਂ ਬੋਲਾਂ, ਮੈਂ ਕਦੀ ਹੁਣ ਵੇਖਿਆ ਨਹੀਂ ਹੈਗਾ। ਪਹਿਲੇ ਕਿਤੇ ਆਂਦਾ ਹੁੰਦਾ ਸੀ ਕਿਉਂਕਿ ਹੁਣ ਤੇ ਇੰਟਰਨੈਸ਼ਨਲ ਸਟਾਰ ਬਣ ਗਿਆ ਨਾ, ਤੇ ਹੁਣ ਇੱਥੇ ਨਹੀਂ ਆਂਦਾ। ਤੇ ਆਹ ਦਰਬਾਰ ਹੈ ਜੀ ਜਿੱਥੋਂ ਉਹਨਾਂ ਦਾ ਅਰੂਜ ਸ਼ੁਰੂ ਹੋਇਆ ਸੀ। ਬਹੁਤ ਸ਼ੁਕਰੀਆ ਜੀ। ਨਾਮ ਕੀ ਆਪਣਾ? ਇਫਤਖਾਰ। ਹਾਂਜੀ ਇਫਤਖਾਰ। ਇਫਤਖਾਰ। ਹਾਂਜੀ ਅੱਛਾ, ਇਫਤਖਾਰ ਭਾਈ ਉਹਨਾਂ ਦਾ ਨਾਮ ਹੈ। ਥੈਂਕ ਯੂ, ਬਹੁਤ ਸ਼ੁਕਰੀਆ। ਹਰ ਪਾਸੇ ਘੁੰਮ ਕੇ ਤੇ ਹੁਣ ਆ ਚੁੱਕੇ ਹਾਂ ਅਸੀਂ ਲਾਰੀ ਅੱਡੇ। ਲਾਰੀ ਅੱਡੇ ਦੱਸ ਪਈ ਹੈ ਕਿ ਇੱਥੇ ਵੀ ਉਹ ਇਸ ਤਰ੍ਹਾਂ ਦੇ ਕੰਮ ਜਿਹੜੇ ਨਾ ਕਰਦੇ ਹੋ ਇੱਥੇ ਅਕਸਰ ਮਿਲਦੇ। ਇੱਥੇ ਲਾਰੀ ਅੱਡੇ ਬਹੁਤ ਸਾਰੀਆਂ ਜਗ੍ਹਾ ਨੇ ਤੇ ਇੱਥੇ ਕਿਤੇ ਨਾ ਕਿਤੇ ਨਾ ਹੋ ਸਕਦਾ। ਤੇ ਹੁਣ ਹਰ ਜਗ੍ਹਾ ਤੇ ਅਸੀਂ ਚੈੱਕ ਕਰਕੇ ਤੇ ਫਿਰ ਅੱਗੇ ਜਾਂਦੇ ਹਾਂ। ਹੁਣ ਅਸੀਂ ਫੈਸਲਾਬਾਦ ਦੀ ਲਾਰੀ ਅੱਡੇ ਦੇ ਵਿੱਚ ਉੱਥੇ ਹੁਣ ਹਰ ਜਗ੍ਹਾ ਤੇ ਦੇਖ ਕੇ ਜਿੱਥੇ ਜਿੱਥੇ ਨਜ਼ਰ ਪੈਂਦੀ ਉੱਥੇ ਉੱਥੇ ਦੇਖ ਕੇ ਅਤੇ ਮੋਟਰਸਾਈਕਲ ਦੇਖ ਕੇ ਜੀ ਅੱਗੇ ਤੋਂ ਦਰਬਾਰ ਵੀ ਕੋਈ ਆਪਣੀ ਜਗ੍ਹਾ ਪਾਰਕ ਉੱਥੇ ਹਰ ਜਗ੍ਹਾ ਨਜ਼ਰ ਆਉਂਦੀ। ਦੋਸਤੋ ਚਾਚੂ ਹੋਰੀ ਕਹਿੰਦੇ ਕਿ ਯਾਰ ਜਿਹੜੇ ਕਿ ਪਾਸਿਓਂ ਗੱਡੀਆਂ ਬਾਹਰ ਨਿਕਲਦੀਆਂ ਸਟੈਂਡ ਤੋਂ ਨਾ ਉਸ ਸਾਈਡ ਤੇ ਜਾ, ਕਿਉਂਕਿ ਉੱਥੇ ਰਸ਼ ਹੁੰਦਾ, ਸਵਾਰੀਆਂ ਚੜ੍ਹਨ ਦੀਆਂ ਹੁੰਦੀਆਂ, ਕੋਈ ਲੱਥਣ ਦੀਆਂ ਹੁੰਦੀਆਂ, ਬਲਕਿ ਲੱਥ ਤੇ ਬਾਹਰ ਹੀ ਜਾਂਦੀਆਂ ਸਟੈਂਡ ਤੋਂ। ਇੱਥੋਂ ਚੜ੍ਹ ਕੇ ਤੇ ਅੱਗੇ ਆਪਣੇ ਆਪਣੇ ਸ਼ਹਿਰਾਂ ਨੂੰ ਜਾਂਦੀਆਂ। ਇਹ ਟੋਟਲ 40 ਸਟੈਂਡ ਨੇ ਤੇ ਇਹਨਾਂ 40 ਸਟੈਂਡਾਂ ਦੇ ਵਿੱਚੋਂ ਉਹ ਕਹਿੰਦੇ ਇਹਨਾਂ ਤੇ ਜਦੋਂ ਸਵਾਰੀਆਂ ਚੜ੍ਹਦੀਆਂ ਨਾ ਇੱਥੇ ਕਾਫੀ ਸਾਰੇ ਮੰਗਣ ਵਾਲੇ ਲੋਕ ਜਿਹੜੇ ਉਹਨਾਂ ਦੇ ਨਾਲ ਫਿਰਦੇ ਸਵਾਰੀਆਂ ਦੇ, ਤੇ ਉਹ ਨਸ਼ਈ ਵੀ ਅਕਸਰ ਜਿਹੜੇ ਨਾ ਇਸ ਤਰ੍ਹਾਂ ਮੰਗ ਕੇ ਗੁਜ਼ਾਰਾ ਕਰਦੇ ਨੇ। ਲੇਕਿਨ ਮੇਰਾ ਇੱਕ ਖਿਆਲ ਹੈ ਕਿ ਉਹ ਬੰਦਾ ਜਿਹੜਾ ਨਸ਼ਈ ਹੈਗਾ ਨਾ ਉਹ ਇਸ ਟਾਈਮ ਮੰਗੇਗਾ ਨਹੀਂ। ਮੰਗਣਾ ਉਹਨੇ ਉਦੋਂ ਹੈ ਜਦੋਂ ਕਿ ਉਹਦੇ ਕੋਲ ਪੈਸੇ ਨਾ ਹੋਏ। ਇਸ ਟਾਈਮ ਉਹਦੀ ਜੇਬ ਦੇ ਵਿੱਚ ਮੋਟਰਸਾਈਕਲ ਵੇਚ ਕੇ ਜਾਂ ਉਹਨੂੰ ਸੇਲ ਕਰਕੇ ਤੇ ਪੈਸਿਆਂ ਦੇ ਨਾਲ ਉਹਦੀ ਜੇਬ ਭਰੀ ਹੋਣੀ ਹੈ। ਇੱਥੇ ਘੁੰਮਣ ਘਮਾਣ ਦਾ ਖੱਪਣ ਖਪਾਣ ਦਾ ਫਾਇਦਾ ਕੋਈ ਨਹੀਂ ਹੈਗਾ। ਲੇਕਿਨ ਫਿਰ ਵੀ ਚਾਚੂ ਹੋਰਾਂ ਨੇ ਕਿਹਾ ਕਿ ਚੈੱਕ ਕਰਕੇ ਜਾਣਾ ਹੈ। ਹੋ ਸਕਦਾ ਜੇ ਮੋਟਰਸਾਈਕਲ ਨਾ ਵੇਚੀ ਹੋਏ ਤੇ ਇੱਥੇ ਕਿਤੇ ਮੰਗਦਾ ਹੋਏ। ਇਸ ਵਜ੍ਹਾ ਤੋਂ ਜਿੰਨੇ ਵੀ ਸਟੈਂਡ ਨੇ ਇਹ ਸਾਰੇ ਸਟੈਂਡਾਂ ਦੇ ਸਾਹਮਣੇ ਸਵਾਰੀਆਂ ਜਿੱਥੋਂ ਚੜ੍ਹਦੀਆਂ ਉੱਥੇ ਫਿਰਦੇ। ਦੋਸਤੋ ਮੈਂ ਤੇ ਚਾਚੂ ਮੋਟਰਸਾਈਕਲ ਤੇ ਬਹਿ ਕੇ ਤੇ ਜਿਹੜਾ ਕਬਰਸਤਾਨ ਲਾਰੀ ਅੱਡੀ ਦੀ ਬੈਕ ਸਾਈਡ ਤੇ ਉੱਥੇ ਫਿਰਦੇ ਪਏ ਆ। ਉੱਥੇ ਵੀ ਹਰ ਜਗ੍ਹਾ ਤੇ
ਅਸੀਂ ਨਜ਼ਰ ਮਾਰ ਰਹੇ ਹਾਂ। ਕੋਈ ਐਸੀ ਜਗ੍ਹਾ ਸਾਡੇ ਅੱਖ ਤੋਂ ਬਚੀ ਨਾ ਰਹੇ ਕਿ ਜਿੱਥੇ ਉਹਦਾ ਪੋਸੀਬਲ ਸੀ ਹੋਣਾ ਤੇ ਉੱਥੇ ਨਹੀਂ ਹੈਗਾ। ਅਸੀਂ ਹਰ ਉਸ ਜਗ੍ਹਾ ਤੇ ਫਿਰਨ ਡਏ ਹਾਂ। ਆਲੇ ਦੁਆਲੇ ਬਹੁਤ ਸਾਰੀਆਂ ਜਗ੍ਹਾ, ਕੋਈ ਐਸੀ ਜਗ੍ਹਾ ਨਹੀਂ ਜਿਹੜੀ ਅਸੀਂ ਫਿਰ ਕਬਰਸਤਾਨ ਚੋਂ ਨਿਕਲ ਕੇ ਅਸੀਂ ਲਾਰੇ ਅੱਡੇ ਵਾਲੀ ਸਾਈਡ ਤੇ ਜਾ ਰਹੇ ਹਾਂ। ਫਿਰ ਨਜ਼ਰ ਮਾਰਦੇ ਮਾਰਦੇ ਇੱਥੋਂ ਸਿੱਧੇ ਅਸੀਂ ਮਿਲਤ ਚੌਕ ਜਾਵਾਂਗੇ, ਕਿਉਂਕਿ ਉੱਥੇ ਜ਼ਿਆਦਾ ਚਾਂਸਸ ਨੇ ਕਿ ਉੱਥੇ ਖਾਣਾ ਵਗੈਰਾ ਖਾਂਦੇ ਨੇ ਤੇ ਉੱਥੇ ਸਾਨੂੰ ਮਿਲ ਜਾਣਗੇ। ਇੱਕ ਵਾਰੀ ਫੇਰ ਮਿਲਤ ਚੌਕ ਪਾਰਕ ਦੇ ਵਿੱਚ ਮੈਂ ਆ ਕੇ ਖੜਿਆ ਹੋ ਗਿਆ। ਚਾਚੂ ਜੀ ਫੇਰ ਲੱਭਣਗੇ ਤੇ ਜਿਵੇਂ ਕਿ ਯਕੀਨ ਸੀ 99.9% ਲੱਗ ਰਿਹਾ ਸੀ ਕਿ ਬੰਦਾ ਨਹੀਂ ਲੱਭਣਾ ਤੇ ਉਹ ਨਹੀਂ ਲੱਭਿਆ। ਹਰ ਉਹ ਠਿਕਾਣਾ ਛਾਣ ਮਾਰਿਆ ਜਿੱਥੇ ਉਹਦੇ ਮਿਲਣ ਦੀ ਉਮੀਦ ਸੀ। ਮੇਰੇ ਖਿਆਲ ਦੇ ਮੁਤਾਬਕ ਹੁਣ ਵਾਪਸ ਜਾਣਾ ਚਾਹੀਦਾ। ਚਾਚੂ ਉਹਨਾਂ ਨੂੰ ਕਹਿੰਦੇ ਕਿ ਚੱਲਦੇ ਆ ਵਾਪਸ, ਬਹੁਤ ਦੇਰ ਹੋ ਗਈ। ਘਰ ਜਾ ਕੇ ਫਿਰ ਦੇਖਦੇ ਹਾਂ ਕਿ ਹੋ ਸਕਦਾ ਕਿ ਉਸ ਇਲਾਕੇ 'ਚ ਹੀ ਹਜੇ ਫਿਰਦਾ ਹੈ, ਕਿਉਂਕਿ 4 ਦਿਨ ਲਗਾਤਾਰ ਉੱਥੇ ਸੀ ਤੇ ਅੱਗੋਂ ਕੱਲ੍ਹ ਦਾ ਤੇ ਅੱਜ ਦਾ ਦਿਨ ਉੱਥੇ ਨਹੀਂ ਮਿਲਿਆ। ਲੇਕਿਨ ਹੋ ਸਕਦਾ ਕਿ ਉੱਥੇ ਜਿਹੜੇ ਨਾ ਸਾਨੂੰ ਮਿਲ ਜੇ। ਇੱਕ ਵਾਰੀ ਫਿਰ ਘੁੰਮ ਘੁਮਾ ਕੇ ਤੇ ਵਾਪਸ ਮਿਲਤ ਚੌਕ ਆ ਗਏ। ਇਹ ਸਾਹਮਣੇ ਮਿਲਤ ਚੌਕ ਦੇਖੋ ਵਿਚਾਰੇ ਕਿਵੇਂ ਮਾਈਆਂ ਦੇ ਲਾਲ ਜਿਹੜੇ ਨਾਲ ਰੋਲ ਕੇ ਨਸ਼ਿਆਂ ਦੇ ਵਿੱਚ। ਜਿਹੜਾ ਬੰਦਾ ਸਾਨੂੰ ਚਾਹੀਦਾ ਸੀ ਉਹ ਨਹੀਂ ਹਜੇ ਤੱਕ ਮਿਲ ਰਿਹਾ। ਕਿੱਥੇ ਕਿੱਥੇ ਗੰਦ 'ਚ ਘੁੰਮਣਾ ਪੈ ਰਿਹਾ ਬੰਦੇ ਨੂੰ ਲੱਭਣ ਵਾਸਤੇ। ਆ ਪਿੱਛੇ ਜਿਹੜਾ ਨਾ ਇਹ ਸਾਡਾ ਮਸ਼ਹੀ ਰਲਿਆ ਤੇ ਇਹਨੂੰ ਅਸੀਂ ਕਿਹਾ ਸੀ ਬਿਲਕੁਲ ਇਹ ਨਹੀਂ ਹੈਗਾ। ਅੱਲਾ ਮਾਫ ਕਰੀ ਯਾ ਅੱਲਾ, ਇਹਨਾਂ ਤੇ ਆਪਣਾ ਰਹਿਮ ਕਰ ਯਾ ਅੱਲਾ। ਜਿਹੜੇ ਲੋਕ ਇਹਨਾਂ ਬੱਚਿਆਂ ਨੂੰ, ਇਹਨਾਂ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਉਂਦੇ ਨੇ ਯਾ ਅੱਲਾ, ਉਹਨਾਂ ਦਾ ਬੇੜਾ ਗਰਕ ਕਰ ਦੇ। ਓਏ ਹਾਏ ਕਿਤੇ ਗੰਦ ਦੇ ਵਿੱਚ ਅਸੀਂ ਖਲੋਣਾ ਪਸੰਦ ਨਹੀਂ ਕਰਦੇ ਤੇ ਉਹ ਲੋਕ ਇੱਥੇ ਬਹਿ ਕੇ ਨਸ਼ਾ ਕਰਦੇ ਨੇ ਤੇ ਆਏ ਹਾਏ ਇੱਥੇ ਹੀ ਪਏ ਰਹਿੰਦੇ ਨੇ। ਜਾਇਆ ਕਰ ਆਪਣੇ ਮੂੰਹ ਆਪਣੀ ਸਵਾਲ ਕਰ, ਚੁੱਪ ਕਰਿਆ ਕਰ। ਜੇ ਤੂੰ ਲੈਣ ਦਾ ਉਹਨਾਂ ਨੂੰ ਤੇ ਤੂੰ ਚੁੱਪ ਕਰਦਾ ਕੰਮ ਬਹਿ ਜਾਣਾ। ਏਦਾਂ ਘੜਾ ਪਹਿਲੋ ਮਾਮਾ ਕੋਈ ਗੱਡੀ ਗਵਾਚੀ ਆ, ਸੂਈ ਰਹੀ। ਆਹੋ ਯਾਰ ਮੈਂ ਗੱਡੀ ਉਹ ਪਰਸੋਂ ਆਇਆ ਸੀਗਾ ਤੁਸੀਂ ਕੋ, ਗੱਡੀ ਲੈ ਕੇ ਆਇਆ ਸੀ ਅਸੀਂ। ਚੱਲਾ ਕਰੇ ਗੱਡੀ ਦੇ ਕੋਲ ਹੀ ਹੋਵੇ ਜੇ ਗੱਡੀ ਦਾ ਸੌਦਾ ਹੋ ਗਿਆ ਜਿਹੜਾ ਕਰਦਾ ਸੀ ਤੇ ਮੈਂ ਉਹਨੂੰ ਕਿਹਾ ਸੀ ਭੈਣ ਨੂੰ ਲੈਣੇ ਹੋ। ਕਿੱਥੇ ਕਿ ਸੌਦਾ ਕਿੱਥੇ ਹੋਇਆ ਕੋਈ ਪਤਾ? ਬਾਹਰੋਂ ਬਾਹਰ ਮੈਂ ਕੀਤਾ ਵਾ। ਉਹਨੂੰ ਜਿੱਥੇ ਕਿਤੇ ਕਾਬੂ ਚੜ੍ਹਨੀ ਹੈ ਜਿਹੜਾ ਕੋਈ ਹਾਂਜੀ ਆ ਬਿੱਲਾ ਹੀ ਕਾਬੂ ਚੜਨਾ ਤੇ ਗੱਡੀ ਕਾਬੂ ਚੜੀ ਤੁਹਾਡੇ। ਆਹੋ ਬਿੱਲਾ ਕਾਬੂ ਕਿਸੇ ਨੂੰ ਵੀ ਨਜਾਇਜ਼ ਤੰਗ ਕਰੋ ਨਾ ਨਹੀਂ, ਜਾਂ ਨਹੀਂ, ਮਾਰਨਾ ਨਜਾਇਜ਼ ਜਾਂ ਨਹੀਂ ਅਸੀਂ ਕਿਸੇ ਨੂੰ ਤੰਗ ਕਰ ਰਹੇ। ਰਹਿੰਦੀ ਆ ਉੱਥੇ। ਅਸੀਂ ਉਹ ਬੇਵਾਵਾ ਹਾਂਜੀ ਉਹ ਗੱਡੀ ਵਾਕਈ ਸ਼ਾਹਕੋਟ ਹੀ ਆਈ ਆ, ਲੈ ਕੇ ਆਇਆ। ਅਸੀਂ ਕਿਹਾ ਨਹੀਂ ਮਾਈ ਆ ਉਹ ਵਿਚਾਰੀ ਬੇਵਾ ਪਹਿਲੇ, ਨਹੀਂ ਤੇ ਅਸੀਂ ਉਹਨਾਂ ਨੂੰ ਵੀ ਫੜਾ ਸਕਦੇ ਸੀ। ਉਹਦੇ ਉੱਥੇ ਭਰਾ ਨੂੰ ਗੱਡੀ ਵੀ ਦੇ ਫੜਾ ਕੇ ਆਇਆ ਤੇ ਉਹ ਗੱਡੀ ਲੈ ਕੇ ਆਇਆ ਵਾ। ਇਹ ਤੇ ਹੈ ਕੋਈ ਗੱਡੀ ਪਤਾ ਨਹੀਂ ਦੇਣ ਦਾ ਨਹੀਂ ਪਤਾ ਦੇ ਕੇ ਆਇਆ ਕਿ ਨਹੀਂ, ਲੇਕਿਨ ਲੈ ਕੇ ਆਇਆ ਉਥੋਂ। ਕਿਸੇ ਨੂੰ ਆਇਆ ਲੈ ਕਿਸੇ ਦੀ ਆਇਆ। ਇਧਰੋਂ ਲੈ ਜੇ ਉਧਰ ਇਹ ਕਿੱਥੇ ਕਿੱਥੇ ਫਿਰਦਾ, ਕਿਤੇ ਲੱਭ ਸਕਦਾ ਉਹ ਟਿਕਾਣਾ? ਨਹੀਂ ਭਾਈ ਹੋਰੀ ਕਹਿ ਰਹੇ ਕਿ ਉਹ ਅੱਜ ਖਾਣਾ ਖਾ ਕੇ ਇੱਧਰ ਨੂੰ ਆਇਆ, ਤੁਸੀਂ ਕਹਿ ਰਹੇ ਹੋ ਕਿ ਉਹ ਪਰਸੋਂ ਦਾ। ਕੋਈ ਸਾਨੂੰ ਪੱਕੀ ਗੱਲ ਦੱਸ ਦਿਓ ਕਿ ਖਰਚਾ ਪਾਣੀ। ਗੱਲ ਆ ਕੀ ਪਤਾ ਇੱਧਰ ਨਾ ਆਇਆ ਹੋਵੇ। ਸਾਡਾ ਸਿਰ ਮੱਥੇ ਆ। ਅਸੀਂ ਨਾ ਮਾਸ਼ਾਅੱਲਾ ਸਹੀ ਉਹਦਾ ਸਾਰੇ ਮੇਰੀ ਨਸ਼ੇ ਲੈਣ ਹੈ ਵੀ ਜ਼ਰੂਰ ਸਹੀ ਹੁੰਦੇ ਆ। ਨਸ਼ਾ ਨੁਸ਼ਾ ਕਰੀਦਾ ਜ਼ਰੂਰ ਬਗਾਇਆ। ਮੈਂ ਆਪਣਾ ਠੀਕ ਕਾਰੋਬਾਰੀ ਜੇ ਬੱਚੇ ਵਿਆਹੇ ਨੇ ਸਭ ਕੁਝ। ਸਾਡਾ ਚੋਰਾਂ ਦਾ ਤੱਲਾ ਕੋਈ ਨਹੀਂ ਹੈਗਾ। ਮੈਨੂੰ ਆਏ ਨੂੰ ਇੱਥੇ ਪੌਣਾ ਕੁ ਘੰਟਾ ਹੋ ਗਿਆ। ਮੈਂ ਨਹੀਂ ਕੋਈ ਐਸਾ ਬੰਦਾ ਭੈਣ ਦੇਖਿਆ। ਚੱਕਾ ਐਵੇਂ ਇੱਥੋਂ ਬੰਦਾ ਉੱਠ ਕੇ ਗਿਆ ਹੈ। ਅੱਜ ਤਾਂ ਤੇਰੀ ਲੱਤ ਤੋੜ ਦੇਣੀ ਆ। ਤੂੰ ਕਿਸੇ ਕਿਹਨਾਂ ਨੂੰ ਭੇਜਿਆ ਦੇ ਨਹੀਂ ਉਹ ਜਾਂਦੇ ਨਾ ਭਰਾ ਉੱਥੇ ਬੜਾ ਫੇਰ ਮੈਂ ਡਰਿਆ ਕੁਛ ਜ਼ਮੀਰ ਹੋਈ ਮੈਂ ਤਾਂ ਗਿਆ ਤੋੜਿਆ ਤੇਰੇ ਉਹ ਨਹੀਂ ਤਲਕ ਨਾਲ ਹੀ ਹੁੰਦਾ ਨਾ। ਹੁਣ ਤੇਰਾ ਸਾਡਾ ਤਲਕ ਹੋਵੇ। ਪਰਸੋਂ ਦਾ ਆਇਆ ਵਾ। ਉਸ ਤੋਂ ਬਾਅਦ ਹੀ ਗਿਆ ਉਹ ਜਦੋਂ ਮੈਂ ਆਪ ਭੇਜਿਆ ਗਿਆ ਭੈਣ ਜੀ ਜੋ ਕਰਨੀ ਤੋਂ ਬਾਹਰ ਜਾ ਕਰੋ। ਉਹ ਪੁੱਤਰਾ ਉਹ ਇੰਨਾ ਨਾ ਨਾ ਚੋਰਾਂ ਚੋਰ ਦਾ ਭਾਈਵਾਲ ਆ। ਮੈਂ ਅੱਜ ਪੱਖਾ ਬੈਠਾ ਖੋਨਾ ਵਾ। ਉਹ ਪੁੱਤਰਾ ਪਤਾ ਕੀ ਹੈ, ਤੇਰੇ ਨਾਲ ਸਾਡਾ ਤਲਕ ਆ ਨਾ ਤੇ ਲਾਜ਼ਮੀ ਗੱਲ ਆ ਤੂੰ ਸਾਨੂੰ ਲੈ ਕੇ ਜਿੰਨਾ ਕਿਹਨਾਂ ਤਲਕ ਹੈਗਾ ਸੀਗਾ ਅਸੀਂ ਤੁਹਾਨੂੰ ਦੱਸਦਾ। ਇਹਨਾਂ ਦੇ ਬੰਦਿਆਂ ਨਾਲ ਝੂਠ ਸਾਡਾ ਤਾਂ ਆਪਾਂ ਕਿਸੇ ਤਲਕ ਆ। ਜ਼ਿੰਦਗੀ ਬੋਲੇ ਹੀ ਨਹੀਂਗਾ। ਸਾਨੂੰ ਮਾਂ ਪਿਓ ਦੱਸਿਆ ਤੁਸੀਂ ਕੋਈ ਰੋਟੀ ਖਾਣੀ ਚਾਹ ਪੀਣੀ ਮੈਂ ਖਲੋਣਾ ਮਿਹਰਬਾਨੀ ਬੜੀ ਹੁਕਮ ਕਰੋ ਬਾਕੀ ਨਹੀਂ ਜਿਹੜਾ ਤੁਹਾਡਾ ਕੋਈ ਖਰਚਾ ਮਰਚਾ ਹੋਇਆ ਤੈਨੂੰ ਦੇ ਦਾਂਗੇ। ਬੰਦਾ ਫੜਾ ਦਿਓ। ਨਹੀਂ ਤੁਹਾਡੇ ਮੈਂ ਨਹੀਂ ਕਹਿੰਦਾ ਕਿ ਤੁਹਾਡੇ ਕੋਲ ਕਿਤੇ ਟੱਕਰਿਆ ਟੱਕਰਿਆ ਹੁਣ ਸਾਡੇ ਕੋਲ ਮੋਬਾਈਲ ਤੇ ਹੈ ਨਹੀਂ ਕਿਤੇ ਟੱਕਰ ਜਾਵੇ ਤਾਂ ਅਸੀਂ ਨਸ਼ਾ ਪਿਆਨ ਬਿਠਾ ਕੇ ਤੁਹਾਨੂੰ ਫੋਨ ਕਰ ਦਈਏ। ਆਪਣਾ ਕੋਈ ਨੰਬਰ ਐਨਜੀ ਫੜਿਆ ਜਾਂਦਾ ਨਹੀਂ ਸਹੀ। ਇੰਨਾ ਕੁ ਸ਼ਾਇਦ ਕੋਈ ਤੁਸੀਂ ਹੁਣ ਉੱਥੋਂ ਆਏ ਹੋ ਕਰ ਦਿਓ, ਸ਼ਾਹਕੋਟ ਕੋਈ ਫੋਨ ਕਰਵਾ ਦੇਵੇ। ਹਾਂਜੀ ਤੇ ਵਾਪਸ ਸ਼ਾਹਕੋਟ ਸ਼ਾਹਕੋਟ ਕਿਹੜੀ ਜਗ੍ਹਾ ਦੇ ਤੇ ਅਸੀਂ ਜੋੜਾ ਅੱਡੇ ਦੇ ਹੀ ਆ। ਕੌਣ ਹੁੰਦੇ ਜੀ? ਅਸੀਂ ਬਲੋਚ ਹਾਂ। ਉਹਦੀ ਭੈਣ ਰਹਿੰਦੀ ਉੱਥੇ ਤੁਹਾਡੀ ਉਹਨਾਂ ਨੇ ਸਾਨੂੰ ਪਤਾ ਤੇ ਸਾਨੂੰ ਤੇ ਨਾ ਉਹ ਪਤਾ ਵਿਚਾਰੀ ਚੋਰਾ ਉਹ ਚੋਰੀ ਬੇਵਾ ਕਰਕੇ ਵਾ। ਆਇਆ ਵਾ। ਉਹਨੇ ਕਿਹਾ ਵੀ ਉਹ ਇੱਥੇ ਆਉਂਦਾ ਵੀ ਨਹੀਂ, ਅਸੀਂ ਕੱਢਿਆ ਵਾ ਤੇ ਹੈ ਵੀ ਉਹ ਨਸ਼ਈ। ਬਸ ਉਹ ਉੱਥੇ ਮਿਲਤ ਭਾਈ ਚੌਕ ਤੁਸੀਂ ਹੁੰਦਾ ਨਾ- ਉੱਧਰ ਫਿਰਦਾ ਫੁਰਦਾ ਜੇ ਉੱਥੇ ਕਿਤੇ ਤੁਸੀਂ ਉਹਨੂੰ ਲੱਭ ਲਓ। ਸ਼ਾਮ ਨੂੰ ਆਇਓ ਜੇ ਅਗਰ ਤੁਸੀਂ ਮੇਰਾ ਨੰਬਰ ਲਿਖ ਲਓ
ਠੀਕ ਹੈ ਬੰਦਾ ਗੱਲ ਆ ਮੋਬਾਈਲ ਨਹੀਂ ਹੈ ਕਿਸੇ ਕਿਤੋਂ ਕਾਲ ਕਰ ਦਿਓ, ਕਿਤੋਂ ਕਾਲ ਕਰ ਦਿਓ। ਉਹ ਵੀ ਇਸੇ ਹਾਲਾਤ ਦੇ ਵਿੱਚ ਹੀ ਅੱਛਾ ਜੀ, ਆਪਣਾ ਗੱਡੀ ਲੈ ਇਲਾਕਾ ਗਿਆ ਕਿਹੜਾ? ਸੀਗਾ। ਮੇਰਾ ਇਲਾਕਾ ਜ਼ਿਲ੍ਹਾ ਸ਼ੋਹਪੁਰ ਹੈ। ਸ਼ੋਹਪੁਰੇ ਤੋਂ ਹਾਂਜੀ ਵੰਡੀ ਦੋ ਜਗ੍ਹਾ ਨੰਬਰ ਲਿਖਿਆ ਸੀਗਾ। ਆ ਮੈਂ ਤੈਨੂੰ ਨੰਬਰ ਦੇ ਦੂੰ, ਉਹ ਇਹ ਇੱਧਰ ਵੀ ਲਿਖ ਕੇ ਦੇ ਦਿਓ। ਯਾਰ ਕਿਤੋਂ ਉਸਤਾਦ ਜੀ ਮੈਨੂੰ ਤੁਸੀਂ ਨਾ ਕਿਸੇ ਕੋਲ ਕਾਲ ਕਰਕੇ ਦੱਸ ਦੇਣਾ, ਠੀਕ ਹੈ ਕਿ ਉੱਥੇ ਪਹੁੰਚੋ, ਅਸੀਂ ਉੱਥੇ ਕਿਕਰਾਂ ਕੋਲ ਆ ਤੇ ਅਸੀਂ ਆ ਜਾਵਾਂਗੇ। ਸਾਨੂੰ ਆਪਣੀ ਮੋਟਰਸਾਈਕਲ ਦੀ ਹੈ, ਸਾਨੂੰ ਇਹ ਨਹੀਂ ਤੁਸੀਂ ਕੀ ਕਰਦੇ ਹੋ ਕੀ ਨਹੀਂ। ਤੁਸੀਂ ਗੌਰਮੈਂਟ ਹੀ ਬੰਦੇ ਹੋ, ਸਾਨੂੰ ਨਹੀਂ ਇਹ ਚੀਜ਼ ਨਾ, ਸਾਨੂੰ ਇੰਨਾ ਵਾ ਕਿ ਤੁਹਾਡੀ ਚੀਜ਼ ਤੁਹਾਨੂੰ ਲੱਭ ਜਾਵੇ। ਸਾਨੂੰ ਪੈਸੇ ਨਹੀਂ, ਸਾਨੂੰ ਇੱਜ਼ਤ ਦੀ ਆ। ਦਾ ਪਤਾ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਨੇ ਆ। ਤੁਹਾਨੂੰ ਮੈਂ ਗੱਲ ਦੱਸਾਂ, ਬਾਬਾ ਜੀ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ, ਪਤਾ ਤੇ ਮੈਨੂੰ ਆ। ਤੇ ਤੁਹਾਡੇ ਕੋਲ ਮਾਨਾ ਜੀ ਆ ਜਾਏ, ਤੁਸੀਂ ਸਮਝ ਹੋਗੇ ਇਸ ਗੱਲ ਨੂੰ। ਜਿਸ ਬੰਦੇ ਨਾਲ ਆਇਆ ਸੀ ਨਾ, ਮੈਂ ਹੁਣ ਉਹਨੂੰ ਲੱਭਣਾ ਵਾ। ਤੁਸੀਂ ਖੇਚਲ ਕਰ ਸਕਦੇ ਆ? ਨਹੀਂ ਸਾਡੇ ਕੋਲ ਨਹੀਂ, ਅਸੀਂ ਤਾਂ ਭਾਈ ਤੁਹਾਨੂੰ ਕਿਹਾ ਜਿਹੜਾ ਭਾਈ ਖਰਚਾ ਅਸੀਂ ਵੀ ਤੁਹਾਨੂੰ ਤਾਂ ਹੀ ਕਹਿਣਾ, ਹੁਣ ਵੇਖੋ ਸਾਨੂੰ ਕਿੰਨੀ ਖੇਚਲ ਪੈ ਗਈ ਆ। ਹੋਰ ਦੱਸ ਮੈਂ ਰਾਤ ਦਾ ਧੋਬੀ ਆ, ਗੱਡੀ ਪੁੱਛਦੀ ਆ ਮੈਂ, ਤੇ ਜਿਹੜਾ ਨਹੀਂ ਕਰਨਾ ਮੈਂ ਚੱਲੇਗਾ। ਦੱਸਿਆ ਮੈਂ ਹਮੇਸ਼ਾ ਝੂਠ ਬੋਲਣ ਸਹੀ ਆ, ਬਾਕੀ ਮੈਂ ਸਹੀ ਆ। ਕੋਈ ਨਹੀਂ ਜੀ, ਇਹ ਵੈਲ ਜਵਾਨ ਬੰਦਾ ਐ ਦਲੇਰ ਵੈ ਬੰਦਾ ਅਸੀਂ ਐ ਵੈ ਵੀ ਨਹੀਂ ਸਮਝਦੇ ਨੂੰ। ਇਹ ਜਵਾਨ ਜਵਾਨ ਕਰਨ ਦੇ ਬੈਠੇ ਆ। ਦਲੇਰ ਅਗਰ ਬੰਦਾ ਹੀ ਗੱਲ ਕਰਦਾ। ਗਲਤ ਲੱਗਿਆ ਕਿ ਬੁਰੀ ਲੱਗੇ ਮੈਨੂੰ ਦੱਸਿਓ। ਨਹੀਂ ਨਹੀਂ ਗੱਲਾਂ ਤੁਸੀਂ ਮਾਸ਼ਾਅੱਲਾ ਬੜੀਆਂ ਸਮਝਦਾਰ ਕਰਦੇ ਹੋ। ਅਸੀਂ ਹੈ ਵੀ ਸਮਝਦਾ, ਮੇਰੀ 22-23 ਸਾਲ ਉਮਰ ਆ, 3 ਮੇਰੇ ਬੱਚੇ ਆ, 25 ਸਾਲ ਮੈਂ ਨਸ਼ਾ ਕਰਦੇ ਆ। ਇਹ ਦਲੇਰ ਬੰਦਾ ਹੀ ਕੰਮ ਇਹ ਕਰਦਾ ਵਾ। ਦੇਣ ਰੱਖਣਾ ਚਾਹੀਦਾ। ਹਾਂ। ਇਹ ਹੁਣ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਗਿਆ। ਸਹੀ। ਉੱਥੇ ਬਸ ਤੁਸੀਂ ਆ ਫੋਨ ਕਰ ਦੇਣਾ ਇਸ ਨੰਬਰ ਤੇ, ਭਾਈ ਫਲਾਣੀ ਜਗ੍ਹਾ ਅਗਲੀ ਤੇ। ਹੁੰਦਾ ਸੀ ਖੇਚਲ ਦੱਸੀਏ, ਅਸੀਂ ਕਹੀ ਜੀ ਉਹ ਫਲਾਣੇ ਨਾਲ ਆਇਆ ਸੀ, ਉਹ ਫਲਾਣੇ ਦਾ ਘਰ ਜਾਓ, ਫਲਾਣੇ ਦਾ ਤੁਸੀਂ ਕਿਹਾ ਇੱਥੇ ਰਹਿਸ਼ੀ ਹੈ। ਤੁਹਾਡੀ ਅਗਲੀ ਟੈਨਸ਼ਨ ਹੁਣ ਮੈਂ ਆਪਣੇ ਸਿਰ ਤੇ ਲਈ ਹੈ, ਕਿਉਂ ਜਿਹਦੇ ਨਾਲ ਉਹ ਬੰਦਾ ਆਇਆ ਸੀ ਨਾ, ਉਹ ਸਾਡਾ ਯਾਰ ਦੋਸਤ ਜ਼ਿਆਦਾ ਵਾ। ਸਹੀ ਹੈ। ਤੁਸੀਂ ਕਿਹੜੇ ਇਲਾਕੇ ਦੇ ਇੱਥੇ? ਜੋ ਉਹਨੂੰ ਵੀ ਛੱਡ ਕੇ ਆਂਦੇ ਇਕੱਠੇ ਹੀ। ਮੈਂ ਬਾਬਾ ਜੀ ਮੈਂ ਇੱਥੇ ਵੱਡੇ ਬੈਠਾ ਹਾਂ। ਮਲਕਪੁਰ ਦੇ ਤੇ ਨਹੀਂ? ਨਹੀਂ ਭਾਈ, ਮੇਰੀ ਮਨਸੂਰਾਬਾਦ ਜੰਪਾ ਇਸ ਵਕਤ ਜਾਏ ਮੱਲਾ ਮਨਸੂਰਾਬਾਦ। ਤੇ ਉਸ ਤੋਂ ਬਾਅਦ ਅਸੀਂ ਮਕਾਨ ਸੇਲ ਕਰਕੇ ਆਪਣਾ ਤੇ ਇੱਥੇ ਆਏ ਮਲੂਟਪੁਰ ਇਲਾਕੇ ਆਪਣੇ ਹੀ ਬੈਠੇ ਆ। ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਲੱਗਿਆ? 25 ਸਾਲ ਹੋ ਗਏ ਆ। ਇਹ ਨਸ਼ੇ ਦੇ? ਹਾਂਜੀ, ਬਸ ਇਹ ਭੈਣ ਚੋਦ ਜਦੋਂ ਬੰਦਾ ਤੁਰ ਪੈਂਦਾ ਆਪਣੀ ਜਾਨ ਨੇ ਛੱਡਿਆ ਕਿ 2 ਦਫਾ ਹਾਂ। ਸਾਲ 1.5 ਸਾਲ ਵਾਸਤੇ ਮੁੱਲ ਫੇਰ ਕੀਤਾ। ਨਹੀਂ ਵਿਆਹ ਤੋਂ ਪਹਿਲਾਂ ਹੀ ਕਰਨਾ ਸ਼ੁਰੂ ਕਰਤਾ? ਸ਼ਾਦੀ ਤੋਂ ਪਹਿਲੇ ਮੈਂ ਕਰਦਾ ਸੀ, ਮੈਂ ਤਕਰੀਬਨ ਉਮਰ ਹੀ ਥੋੜੀ ਜਿਹੀ ਸੀ, 12 ਸਾਲ ਉਮਰ 8-10 ਸਾਲਾਂ ਦਾ ਹਾਂ ਜਦੋਂ ਜਦ ਦੱਸਾਂ ਮੈਂ ਚਰਸ ਘਰ ਪੀਣੀ ਵਿੱਚ ਸ਼ੁਰੂ 81 ਦੀ ਕੀਤੀ। ਫਲੈਸ਼ ਹੈ ਜਨਵਰੀ 2 ਸਾਲ ਹੋਰ ਵਧਾ ਲਓ ਪਾਊਡਰ ਤੇ ਲੱਗ ਅਸੀਂ ਗਏ। ਯਾਨੀ ਕਿ 44 ਸਾਲ ਉਮਰ ਹੋ ਗਈ। ਹਾਂਜੀ। ਚਲੋ ਤੇ ਚਲੋ ਆਪੇ ਜੀ। ਝੂਠਾਂ ਚੋਰੀਆਂ ਠੀਕ ਹੈ ਜੀ। ਚੁਗਲੀ ਆ। ਅੱਲਾ ਖੈਰ ਰੱਖੇ ਭਾਈ। ਓਕੇ ਜੀ। ਇਹ ਤੁਹਾਡੀ ਸਾਡੇ ਲੈ ਗਏ। ਨੇਕੀ ਆ ਭਾਈ ਜੀ, ਖਾਣਾ ਸਾਡੇ ਖਾਣਾ ਬਾਰੇ ਭਾਈ ਨੂੰ। ਨੂੰ। ਨਹੀਂ ਨਹੀਂ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਬਸ ਆ ਕੰਮ ਕਰਾ ਦਿਓ, ਸਾਡੀ ਟੈਨਸ਼ਨ ਜਿਹੜੀ ਹੱਲ ਹੋ ਜਾਏ। 9-10 ਵਜੇ ਤੱਕ ਇੱਥੇ ਹੀ ਆ ਗਿਆ ਵਾ। ਚਲੋ ਠੀਕ ਹੋ ਗਿਆ। ਇਸ ਟਾਈਮ ਜਨਾਬ ਅਸੀਂ ਜਿੱਥੇ ਕਿਸੇ ਦੌਰ ਦੇ ਵਿੱਚ ਆ ਮਿਲਤ ਰੋਡ ਹੈ ਉਹਦੇ ਉੱਤੇ ਖੜੇ ਆ। ਇੱਥੇ ਕਿਸੇ ਦੌਰ ਦੇ ਵਿੱਚ ਨਾ ਸਸਤਾ ਬਾਜ਼ਾਰ ਲੱਗਦਾ ਹੁੰਦਾ ਸੀ, ਹੁਣ ਤੇ ਬੜਾ ਜਾੜਾ ਪਿਆ ਹੋਇਆ। ਤੇ ਇੱਧਰ ਗਏ ਹੋਏ ਭਾਈ ਹੋਰੀ, ਇੱਥੇ ਸਾਰੇ ਹੁਣ ਨਸ਼ਿਆਂ ਦੇ ਨਾਲ ਟਿਕਾਣੇ ਬਣੇ ਹੋਏ ਨੇ। ਆ ਤੁਸੀਂ ਦੇਖ ਸਕਦੇ ਹੋ, ਇੱਥੇ ਅੰਦਰ ਜਾ ਕੇ ਚੈੱਕ ਕਰਦੇ ਆ ਕਿ ਕੀ ਹਿਸਾਬ ਕਿਤਾਬ। ਹਾਂਜੀ ਕੋਈ ਵੀ ਨਹੀਂ। ਆ ਦੇਖੋ ਸਾਰੇ ਨਸ਼ਈਆਂ ਦੇ ਨਾਲ ਠਿਕਾਣੇ ਬਣੇ ਸੌਣ ਦੇ। ਅੱਗੇ ਚੈੱਕ ਕਰੀਏ। ਆ ਇੱਕ ਹੋਰ ਅੱਡੇ ਤੇ ਪਹੁੰਚੇ ਹੋਏ ਆ। ਇੱਥੇ ਵੀ ਕਿੰਨੇ ਸਾਰੇ ਨਸ਼ਈ ਨੇ, ਨਸ਼ਈਆਂ ਦਾ ਅੱਡਾ ਹੈ ਵੀ। ਇੱਥੇ ਵੀ ਕੋਈ ਚਰਸ ਪੀਣ ਡਿਆ, ਕੋਈ ਪਾਊਡਰ ਪੀਣ ਡਿਆ, ਕੋਈ ਟੀਕੇ ਲਾਉਣ ਡਿਆ। ਹਰ ਕਿਸਮ ਦਾ ਨਸ਼ਾ ਜਿਹੜਾ ਨਾ ਇੱਥੇ ਚੱਲਣ ਡਿਆ ਸਰੇਆਮ। ਤੇ ਅਸੀਂ ਆਪਣੇ ਮਤਲੂਬਾ ਬੰਦੇ ਨੂੰ ਲੱਭਦੇ ਇਹ ਹਾਲ ਹੋ ਗਿਆ ਕਿ ਹਜੇ ਤੱਕ ਸਾਨੂੰ ਉਹ ਬੰਦਾ ਵੀ ਨਹੀਂ ਲੱਭਿਆ ਤੇ ਸਾਡੀ ਵੀ ਬੁਰੀ ਹਾਲਤ ਹੋ ਗਈ। ਆ ਦੇਖੋ ਕਿੰਨੇ ਮਾਵਾਂ ਦੇ ਨਾਲ ਵਿਚਾਰੇ ਨਸ਼ਿਆਂ ਤੇ ਲੱਗ ਗਏ, ਰੁੜ ਗਏ, ਲੇਕਿਨ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਹੈਗਾ। ਇਹਨਾਂ ਤੋਂ ਨਫ਼ਰਤ ਅਸੀਂ ਇੰਨੀ ਕਰਦੇ ਹਾਂ ਕਿ ਜਿਵੇਂ ਇਹ ਜਾਨਵਰ ਹੁੰਦੇ ਨੇ, ਲੇਕਿਨ ਇਹ ਕਾਬਲੇ ਰਹਿਮ ਨੇ।